ओके। ਹਦਾਇਤਨਾਮੇ ਜਿਵੇਂ ਨੋਟਬੰਦੀ ਚ ਨਹੀਂ ਸੀ ਕਰ ਰਿਹਾ ਪ੍ਰਧਾਨ ਮੰਤਰੀ हम्म। ਕਿ ਹਰੇਕ ਕੁਝ ਮਤਲਬ ਕਿ ਪੈਰ ਬਾਅਦ ਜਿਵੇਂ ਸਵੇਰ ਤੋਂ ਬਾਅਦ ਦੁਪਹਿਰ ਦਾ ਪਹਿਰ ਆ ਜਾਂਦਾ ਹੈ ਨਾ, ਹਰੇਕ ਪੈਰ ਦੇ ਵਿੱਚ ਹੀ ਉਹ ਫੈਸਲਾ ਬਦਲ ਰਹੇ ਸੀਗੇ। ਲੋਕ ਕਨਫਿਊਜ਼ ਹੋ ਗਿਆ ਕਿ ਕਰ ਕੀ ਰਿਹਾ ਪ੍ਰਧਾਨ ਮੰਤਰੀ, ਕਦੇ ਆਹ ਗੋਲ ਕਦੇ ਆਹ ਗੋਲ ਕਦੇ ਆਹ ਗੋਲ। ਤਾਂ ਇਸੇ ਤਰ੍ਹਾਂ ਹੀ ਇੱਥੇ ਵੀ ਕਨਫਿਊਜ਼ ਹੈ ਬਿਲਕੁਲ ਟੋਲੀ ਇਹਨਾਂ ਦੀ, ਜਿਹੜੇ ਇਹਨਾਂ ਦੇ ਨੀਤੀ ਘਾੜੇ ਆ ਬਿਲਕੁਲ ਕਨਫਿਊਜ਼ ਨੇ। ਤਾਂ ਇਹਨਾਂ ਨੇ ਹੁਣ ਕੀ ਕੀਤਾ, ਪਹਿਲਾਂ ਜਿਹੜੀਆਂ ਦੁਕਾਨਾਂ ਸੀਗੀਆਂ ਮਤਲਬ ਕਿ ਕਹਿੰਦਾ ਕਿ ਜ਼ਰੂਰੀ ਦੁਕਾਨਾਂ ਖੋਲੀਆਂ ਜਾਣਗੀਆਂ ਤੇ ਗੈਰ ਜ਼ਰੂਰੀ ਜਿਹੜੀਆਂ ਬੰਦ ਰਹੂਗੀਆਂ। जी। ਹੁਣ ਜਿਹੜੇ ਗੈਰ ਜ਼ਰੂਰੀ ਦੁਕਾਨਾਂ ਵਾਲੇ ਸੀ ਉਹ ਕਹਿੰਦੇ ਕਿ ਗੈਰ ਜ਼ਰੂਰੀ ਦੁਕਾਨ ਕਿਹੜੀ ਹੁੰਦੀ ਬਈ, ਹਰੇਕ ਦੁਕਾਨ ਤੋਂ ਰੋਜੀ ਰੋਟੀ ਚੱਲਦੀ ਆ ਸਾਡੀ, ਗੈਰ ਜ਼ਰੂਰੀ ਕੀ ਆ, ਜਾਂ ਤੇ ਸਾਰੀਆਂ ਬੰਦ ਕਰ ਦਿਓ ਜਾਂ ਸਾਰੀਆਂ ਖੋਲ ਦਿਓ, ਬਸ ਇਹੀ ਸੌਦਾ ਚੱਲਣ ਦਿਓ। ਤਾਂ ਅੱਜ ਦਿਨ ਭਰ ਮਾਲਵੇ ਤੋਂ ਲੈ ਕੇ ਮਾਝੇ ਤੀਕ ਦੁਕਾਨਦਾਰ ਸੜਕਾਂ ਤੇ ਰਹੇ ਨੇ। ਬਠਿੰਡਾ ਦੇ ਵਿੱਚ ਤਾਂ ਇੱਕ ਕਹਿ ਲਓ ਕਿ ਹਲਕੀ ਝੜਪ ਵੀ ਹੋਈ ਆ, ਉਹਦੇ ਵਿੱਚ ਇੱਕ ਗੁਰਸਿੱਖ ਸੀਗਾ ਜਿਹੜਾ ਕਿ ਦੁਕਾਨਦਾਰਾਂ ਦਾ ਪੱਖ ਪੂਰ ਰਿਹਾ ਸੀ, ਹੈ ਰਾਹੀ ਪਾਉਂਦੀ ਸੀ, ਤੇ ਜਦੋਂ ਉਹ ਥੋੜਾ ਜਿਹਾ ਸਵਾਲ ਜਵਾਬ ਕਰਨ ਲੱਗਾ ਪੁਲਿਸ ਵਾਲਿਆਂ ਨਾਲ, ਤੇ ਪੁਲਿਸ ਵਾਲਿਆਂ ਨੇ ਧੂਕੇ ਨੂੰ ਗੱਡੀ 'ਚ ਸੁੱਟ ਲਿਆ। ਪੁਲਿਸ ਵਾਲੇ ਹੁਣ ਇੱਕ ਗੱਡੀ 'ਚ 8-8 ਜਣੇ ਚੜੇ ਫਿਰਦੇ ਆ, ਉਹਨਾਂ ਦੀ ਕੋਈ ਸੋਸ਼ਲ ਡਿਸਟੈਂਸਿੰਗ ਮਾਪ ਕੇ ਦੇਖ ਲਵੇ ਕਿ ਇੱਕ ਗੱਡੀ 'ਚ 8 ਜਣੇ ਉਹ ਕਿਵੇਂ ਅੜ ਕੇ ਬਹਿ ਜਾਂਦੇ, 6 ਜਣੇ ਕਿਵੇਂ ਅੜ ਕੇ ਬਹਿ ਜਾਂਦੇ ਆ। जी। ਖੈਰ, ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਬਰਨਾਲਾ ਹੋਇਆ, ਅਜਨਾਲਾ ਹੋਇਆ, ਬਥੇਰੀ ਥਾਈਂ ਅੱਜ ਦੁਕਾਨਦਾਰ ਬਾਜ਼ਾਰਾਂ 'ਚ ਉਤਰ ਆਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮੁੱਖ ਮੰਤਰੀ ਨੂੰ ਜਾਂ ਕਹਿ ਲਓ ਉਹਨਾਂ ਦੀ ਜੁੰਡਲੀ ਨੂੰ ਆਪਣਾ ਪਿਛਲਾ ਫੈਸਲਾ ਰੱਦ ਕਰਨਾ ਪਿਆ ਔਰ ਨਵੀਂ ਹਦਾਇਤ ਦੇ ਦਿੱਤੀ ਗਈ ਕਿ ਦੇਖੋ ਖੇਤੀਬਾੜੀ ਨਾਲ ਸੰਬੰਧਿਤ ਸਮੱਗਰੀ ਜਿੱਦਾਂ ਲਾ ਲਓ ਬੀਜ, ਸਪਰੇ, ਕੀਟਨਾਸ਼ਕ ਦਵਾਈਆਂ ਜਿਹੜੀਆਂ ਵੇਚਦੇ ਆ ਉਹ ਸਾਰੀਆਂ ਦੁਕਾਨਾਂ ਖੋਲੀਆਂ ਜਾਣਗੀਆਂ। ਇਸ ਤੋਂ ਇਲਾਵਾ ਕਰਿਆਨਾ, ਗਰੋਸਰੀ, ਫੀਸ ਤੋਂ ਇਲਾਵਾ ਠੇਕੇ, ਪਰ ਹਾਤੇ ਕਹਿੰਦੇ ਕਿ ਨਹੀਂ, ਠੇਕੇ ਖੁੱਲਣਗੇ, ਹਾਤੇ ਨਹੀਂ, ਆਂਡਿਆਂ ਵਾਲੀ ਰੇਹੜੀ ਨਹੀਂ ਲੱਗਣਗੇ। ਫਿਰ ਉਦਯੋਗਿਕ ਸਮੱਗਰੀ, ਹਾਰਡਵੇਅਰ, ਮੋਟਰ ਪਾਈਪ ਜਿੱਦਾਂ ਆਪਣੇ ਟਿਊਬਵੈਲ ਦਾ ਸਮਾਨ ਵਗੈਰਾ ਹੁੰਦਾ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਕਿਹਾ ਕਿ ਪੈਦਲ ਤੇ ਸਾਈਕਲ ਆਵਾਜਾਈ ਤੇ ਕੋਈ ਰੋਕ ਨਹੀਂ ਹੈ, ਤੇ ਮੋਟਰ ਵਾਹਨ ਵਾਲਿਆਂ ਕੋਲ ਆਪਣੀ ID ਹੋਣੀ ਜ਼ਰੂਰੀ ਹੈ। ਤਾਂ ਇਹ ਆ ਸਾਰਾ ਕੁਛ ਇਹਨਾਂ ਨੇ ਹੁਣ ਨਵਾਂ ਜਾਰੀ ਕਰ ਦਿੱਤਾ, ਪਰ ਕਾਫੀ ਵਿਰੋਧ ਹੋਇਆ ਇਹਨਾਂ ਦਾ। ਔਰ ਸ਼ਹਿਰੀ ਤਬਕਾ ਤੁਹਾਨੂੰ ਪਤਾ ਹੀ ਹੈ ਕਾਂਗਰਸ ਵਾਸਤੇ ਕਾਫੀ ਮਹੱਤਵਪੂਰਨ ਹੋ ਜਾਂਦਾ, ਮਹੱਤਵਪੂਰਨ ਉਸ ਸੂਰਤ ਦੇ ਵਿੱਚ ਥੋੜਾ ਹੋਰ ਵੀ ਜ਼ਿਆਦਾ ਹੋ ਜਾਂਦਾ ਜਦੋਂ ਭਾਜਪਾ ਦੇ ਨਾਲੋਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਵੱਡਾ ਵਰਗ ਜਿਹੜਾ ਆ ਨਿਰਾਸ਼ ਹੋ ਕੇ ਪਿੱਛੇ ਹਟਿਆ, ਸ਼ਹਿਰੀ ਵਰਗ ਜੇ ਆਪਾਂ ਦੇਖੀਏ ਤਾਂ ਉਹਦੇ ਚੋਂ ਵੀ ਇੱਕ ਹਿੱਸਾ ਹੈ ਜਿਹੜਾ ਉਹ ਨਿਰਾਸ਼ ਹੈ ਭਾਰਤੀ ਜਨਤਾ ਪਾਰਟੀ ਤੋਂ, ਚਾਹੇ ਉਹ ਹਿੰਦੂ ਭਾਈਚਾਰਾ ਕਿਉਂ ਨਾ ਹੋਵੇ ਪੰਜਾਬ ਦਾ। जी। ਤਾਂ ਉਹ ਹੁਣ ਜੇ ਨਾਰਾਜ਼ਗੀ ਹੋਏਗੀ ਤਾਂ ਇਹਨਾਂ ਦੀ ਟੇਕ ਬਹੁਤ ਹੱਦ ਤੱਕ ਐਤਕੀ ਸ਼ਹਿਰੀ ਵੋਟ ਤੇ ਵੀ ਆ। ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਹੈ ਕਿ ਜਿੱਦਾਂ ਸਿੱਖ ਵੋਟ ਬੈਂਕ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਗੁੱਸਾ ਜਿਹੜਾ ਉਹ ਫੇਸ ਕਰਨਾ ਪਏਗਾ, ਤਾਂ ਸ਼ਹਿਰੀ ਤਬਕੇ ਬੰਦੀ ਇਹਨਾਂ ਦੀ ਆਸ। ਸੋ ਇਸ ਕਰਕੇ ਇੱਕ ਤਾਂ ਲੋਕਡਾਊਨ ਨਹੀਂ ਲਾ ਪਾ ਰਹੇ, ਨਹੀਂ ਤਾਂ ਤੁਹਾਨੂੰ ਯਾਦ ਹੋਣਾ ਹਾਲੇ ਤੇ ਮੋਦੀ ਸਾਹਿਬ ਮਾਨੀ ਬਣਾ ਰਹੇ ਸੀਗੇ 2020 ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕੜੱਪ ਦੇ ਨਹੀਂ ਲਾਤਾ ਸੀ ਕਰਕੇ। ਐਤਕੀ ਕਹਿੰਦੇ ਕਿ ਨਹੀਂ ਨਹੀਂ ਲੋੜ ਹੀ ਨਹੀਂ ਆ, ਉਦਾਂ ਕਹਿੰਦੇ ਹੁੰਦੇ ਆ ਕਿ ਦੇਖੋ ਜੀ ਸਰਤਾਈ ਹੋਰ ਕਰ ਦਿਆਂਗੇ ਜੇ ਲੋਕ ਨਾ ਸੁਧਰੇ। ਕਹਿੰਦੇ ਕਿ ਅੱਗੇ ਤੇ ਤੁਸੀਂ ਮੋਟਰਸਾਈਕਲ ਤੇ ਇੱਕ ਬੰਦੇ ਨੂੰ ਲੌਕ ਕਰਨ ਡਏ ਹੋ, ਮੋਟਰਸਾਈਕਲ ਤੇ ਇੱਕ ਜਣਾ ਹੀ ਜਾਵੇ, ਤੇ ਕੀ ਸਖਤਾਈ ਕਰਕੇ ਫਿਰ ਕਹਿ ਦਿਓ ਕਿ ਇਕੱਲਾ ਮੋਟਰਸਾਈਕਲ ਹੀ ਤੁਰਿਆ ਜਾਵੇ, ਵਿੱਚ ਤੇ ਬੰਦਾ ਨਹੀਂ ਹੋਣਾ ਚਾਹੀਦਾ, ਇਹੋ ਜਿਹੀ ਸਖਤੀ ਕਰ ਦੋਗੇ। ਸੋ ਇਹ ਹਾਲ ਆ, ਕਸੂਤੇ ਫਸੇ ਹੋਏ ਆ, ਨਾ ਤੇ ਨਾ ਜਾ ਸਕਦੇ ਆ ਨਾ ਪਿਛਾਂ ਰਹਿ ਸਕਦੇ ਆ, ਬਿਲਕੁਲ ਕਨਫਿਊਜ਼ ਹੈ ਇਹਨਾਂ ਦੀ ਟੋਲੀ। ਸੋ ਕਹਿ ਸਕਦੇ ਆ ਕਿ ਅੱਜ ਵਾਲੀ ਹਦਾਇਤ ਹੈ ਜਿਹੜੀ ਇਹ ਨਹੀਂ ਹੈ ਕਿ 5-7 ਦਿਨ ਚੱਲੇਗੀ, ਹੋ ਸਕਦਾ ਨਵੀਂ ਹਦਾਇਤ ਆ ਜਾਵੇ। ਇਹ ਹਦਾਇਤਨਾਮਾ ਜਿਹੜਾ ਹੈ ਉਹ ਆਪਾਂ ਏਦਾਂ ਹੀ ਪੜ੍ਹਦੇ ਰਵਾਂਗੇ। ਕੁਛ ਚੀਜ਼ਾਂ ਜਿਹੜੀਆਂ ਹੋਰ ਆਪਾਂ ਦੇਖ ਲੈਂਦੇ ਹਾਂ ਕੀ जी। ਕੁਛ ਵਾਪਰਿਆ ਇਹਨਾਂ ਖਬਰਾਂ ਦੇ ਵਿੱਚ। ਕਾਫੀ ਇੰਟਰਸਟ ਹੈ ਲੋਕਾਂ ਦਾ ਕਿ ਇੰਡੀਆ 'ਚ ਕੀ ਵਾਪਰ ਰਿਹਾ। ਵੈਸੇ ਡਾਕਟਰ ਫਾਊਚੀ ਨੇ ਅੱਜ ਫੇਰ ਸਲਾਹ ਦਿੱਤੀ ਹੈ, US ਵਾਲੇ ਨੇ, ਇਹਨੂੰ ਕਹੋ ਕਿ ਭਾਈ ਚੁੱਪ ਰਵੇ। ਕਹਿੰਦਾ ਕਿ ਸਿਰਫ ਤਾਲਾਬੰਦੀ ਨਹੀਂ, ਪਹਿਲਾਂ ਤਾਂ ਕਹਿੰਦਾ ਸੀਗਾ ਕਿ ਤਾਲਾਬੰਦੀ ਜ਼ਰੂਰੀ ਹੈ ਇੰਡੀਆ ਵਾਸਤੇ, ਹੁਣ ਫੌਜੀ ਸਾਹਿਬ ਕਹਿ ਰਿਹਾ ਹੈ ਕਿ ਦੇਖੋ ਜੀ ਤਾਲਾਬੰਦੀ ਨਹੀਂ, ਫੌਜ ਦੀ ਮਦਦ ਵੀ ਲੈ ਲਓ ਨਾਲ ਇੰਡੀਆ ਨੂੰ, ਨਹੀਂ ਤੇ ਰਗੜੇ ਜਾਓਗੇ। ਸੋ ਇੱਥੇ ਤਾਲਾਬੰਦੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ, ਮਤਲਬ ਕਿ ਜੇ ਕੀਤੀ ਵੀ ਜਾ ਰਹੀ ਹੈ ਤਾਂ ਕੁਛ ਰਾਜਾਂ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚੋਂ ਤਾਲਾਬੰਦੀ ਨਹੀਂ ਹੋ ਰਹੀ। ਔਰ ਤਾਲਾਬੰਦੀ ਨੂੰ ਲੈ ਕੇ ਮੈਂ ਜਿਵੇਂ ਕਿਹਾ ਕਿ ਜੇ ਸੂਬਾ ਸਰਕਾਰਾਂ ਦਬਾਅ ਦੇ ਹੇਠ ਆ, ਉਸੇ ਤਰ੍ਹਾਂ ਕੇਂਦਰ ਸਰਕਾਰ ਵੀ ਬਹੁਤ ਵੱਡਾ ਦਬਾਅ ਜਿਹੜਾ ਫੇਸ ਕਰ ਰਹੀ ਹੈ। ਇੱਧਰ ਜਿਹੜਾ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ ਹੈ, ਵੈਸੇ IPL ਤੇ ਕੰਗਣਾ ਰਣੌਤ ਦੋਨਾਂ ਦਾ ਹੀ ਮਾਮਲਾ ਸਸਪੈਂਡ ਹੋ ਗਿਆ। IPL ਵੀ ਸਸਪੈਂਡ
ਤੇ ਕੰਗਣਾ ਰਣੌਤ ਦਾ ਵੀ ਅੱਜ ਅਕਾਊਂਟ ਹੈ ਜਿਹਦੇ ਤੇ ਉਹ ਬਹੁਤ ਬਕਵਾਸਬਾਜ਼ੀ ਕਰਦੀ ਆ। ਟਵਿੱਟਰ ਨੇ ਖੀਰੀ ਉਹਨਾਂ ਕਿਹਾ ਸਿਆਪਾ ਹੀ ਨਿਬੇੜੋ ਇਹਦੇ ਵਾਲਾ, ਤਾਂ ਉਹਨਾਂ ਨੇ ਚੱਕ ਕੇ ਉਹਦਾ ਉਹ ਜਿਹੜਾ ਹੁੰਦਾ ਟਵਿੱਟਰ ਵਾਲਾ ਅਕਾਊਂਟ ਬਲੌਕ ਹੀ ਕਰਤਾ ਕਿ ਪਤਾ ਨਹੀਂ ਸਸਪੈਂਡ ਕਰਤਾ, ਦੋਨੇ ਹੀ ਸਸਪੈਂਡ ਹੈ। ਹਾਂਜੀ, ਤੇ ਇੱਧਰ ਜਿਹੜਾ ਹੈਗਾ ਆਸਟ੍ਰੇਲੀਆ ਦਾ ਬਹੁਤ ਵਧੀਆ ਗੇਂਦਬਾਜ਼ ਆ, ਲਾਈਨ ਐਂਡ ਲੈਂਥ ਉਹਦੀ ਬਹੁਤ ਵਧੀਆ ਹੁੰਦੀ, ਪੈਟ ਕਮਿੰਸ ਉਹਦਾ ਸ਼ਾਇਦ ਨਾਮ ਹੈ ਪੂਰਾ। ਤਾਂ ਉਹਨੇ ਪਹਿਲਾਂ ਕਿਹਾ ਸੀਗਾ ਕਿ PM ਕੇਅਰਸ ਦੇ ਵਿੱਚ ਮੈਂ ਦੇਵਾਂਗਾ ਕੁਛ ਡੋਨੇਸ਼ਨ, ਉਹਨੇ ਕਹੀ ਸੀਗੀ। ਹੁਣ ਕਹਿੰਦਾ ਨਹੀਂ ਨਹੀਂ ਨਹੀਂ, PM ਕੇਅਰਸ ਦੇ ਵਿੱਚ ਨਹੀਂ, ਆਪਾਂ UNICEF ਦੇ ਵਿੱਚ ਹੀ ਦੇ ਦਿਆਂਗੇ। ਮਤਲਬ ਕਿ ਸਾਡੇ ਪ੍ਰਧਾਨ ਮੰਤਰੀ ਦੇ ਬਣਾਏ ਰਾਹਤ ਕੋਸ਼ ਦੇ ਵਿੱਚ, ਉਹ ਕੋਸ਼ੇ ਦੇ ਵਿੱਚ ਨਹੀਂ ਦੇ ਰਿਹਾ ਦਾਨ, ਉਹਨੂੰ ਵੀ ਸ਼ਾਇਦ ਯਕੀਨ ਨਹੀਂ ਹੈ PM ਕੇਅਰਸ ਤੇ। ਖੈਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ PM ਕੇਅਰਸ ਤੋਂ ਟਾਲਾ ਵੱਟ ਕੇ ਸਿੱਧਾ ਕਿਹਾ ਕਿ ਦਾਨ ਜੇ ਦੇਣਾ ਹੀ ਆ ਤੇ ਗਰੀਬ ਨੂੰ ਦੇਵਾਂਗੇ। ਇੱਧਰ ਜੇ ਆਪਾਂ ਦੇਖੀਏ ਤਾਂ CMIE ਇਹਦਾ ਮਤਲਬ ਬਣਦਾ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ, ਜਾਂ ਇੰਡੀਆ ਦੀ ਇਕੋਨਮੀ ਕਹਿ ਲਓ। ਬਹੁਤ ਵਧੀਆ ਇਹ ਏਜੰਸੀ ਆ। ਇੰਡੀਆ ਦੇ ਵਿੱਚ ਬੇਰੁਜ਼ਗਾਰੀ ਦੇ ਜਿਹੜੇ ਅੰਕੜੇ ਹੁੰਦੇ ਆ, ਜਿੰਨੇ ਵੀ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਜਾਂ ਸਾਡੇ ਵਰਗੇ ਬੰਦਿਆਂ ਤੋਂ ਸੁਣਦੇ ਹੋ, ਬੇਰੁਜ਼ਗਾਰੀ ਨਾਲ ਜ਼ਿਆਦਾਤਰ ਸੰਬੰਧਿਤ ਅੰਕੜੇ ਇੱਥੋਂ ਹੀ ਲੈ ਜਾਂਦੇ ਆ। ਸੋ ਇਹਨਾਂ ਨੇ ਕਿਹਾ ਕਿ ਅਪ੍ਰੈਲ ਦੇ ਵਿੱਚ ਹੀ ਲਾਕਡਾਊਨ ਤੇ ਹੋਰ ਜਿਹੜੀਆਂ ਪਾਬੰਦੀਆਂ ਸੀਗੀਆਂ ਉਹਨਾਂ ਦੇ ਚੱਲਦੇ ਆ 75 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਨੌਕਰੀ ਜਿਹੜੀ ਆ ਉਹ ਗੁਮਾ ਲਈ ਆ। ਇਹ ਵੱਡਾ ਅੰਕੜਾ ਹੈ। ਇੱਕ ਮਹੀਨਾ ਗੁਜ਼ਰਿਆ ਹਾਲੇ, ਮਤਲਬ ਕਿ ਜੇ ਆਪਾਂ ਦੇਖੀਏ ਸੈਕਿੰਡ ਵੇਵ ਨੂੰ, ਤਾਂ ਇੱਕੋ ਝਟਕੇ ਦੇ ਵਿੱਚ 75 ਲੱਖ ਬੰਦੇ ਦਾ ਰੁਜ਼ਗਾਰ ਜਾਂ ਨੌਕਰੀ ਜਾਂ ਕਹਿ ਲਓ ਕਿ ਰੋਟੀ ਦਾ ਵਸੀਲਾ ਖੁੱਸ ਜਾਣਾ ਬਹੁਤ ਵੱਡਾ ਮੈਂ ਕਹੂੰਗਾ ਖਤਰੇ ਦਾ ਘੰਟਾ, ਇੱਕ ਘੰਟੀ ਹੁੰਦੀ, ਇੱਕ ਘੰਟਾ ਹੁੰਦਾ। ਕਿਉਂ? ਕਿਉਂਕਿ ਮਈ ਦੇ ਵਿੱਚ ਇਹਦਾ ਮਤਲਬ ਕਿ ਜੌਬ ਜ਼ਿਆਦਾ ਜਾਣ ਵਾਲੇ ਆ, ਰੁਜ਼ਗਾਰ ਜ਼ਿਆਦਾ ਖੁੱਸਣ ਵਾਲੇ ਆ। ਤੇ ਜੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਕਿ ਲਾਕਡਾਊਨ ਦਾ ਇੱਕ ਆਪਸ਼ਨ ਦੱਸਿਆ ਜਾ ਰਿਹਾ ਜਾਂ ਸੁਝਾਇਆ ਜਾ ਰਿਹਾ, ਜੇ ਉਹਨੂੰ ਇਸਤੇਮਾਲ ਕਰ ਲੈਂਦੇ ਆ ਤੇ ਅੰਕੜਾ ਬਹੁਤ ਤਕੜਾ ਅੰਕੜਾ ਹੋਏਗਾ। ਹਿਸਾਬ ਲਾ ਲਓ ਕਿ ਕੀ ਬਣੇਗਾ। ਆਹੀ ਕਾਰਨ ਆ ਕਿ ਇੰਡੀਆ ਦੇ ਵਿੱਚ ਜਦੋਂ ਵੀ ਆਪਾਂ ਇਹ ਸੁਝਾਅ ਦੇਖਦੇ ਹਾਂ ਕਿ ਚੱਕ ਕੇ ਜੀ ਤਾਲਾਬੰਦੀ ਕਰ ਦਿਓ, ਉਦੋਂ ਇਹ ਤੁਹਾਨੂੰ ਵੇਖਣਾ ਪੈਂਦਾ ਕਿ ਜਿਹੜੇ ਇਹ ਬੇਰੁਜ਼ਗਾਰ ਹੋਏ ਨੇ ਲੋਕ ਉਹ ਕੌਣ ਨੇ। ਤਾਂ ਇਹ ਜ਼ਿਆਦਾਤਰ ਇਨਫੋਰਮਲ ਸੈਕਟਰ ਜਿਹਨੂੰ ਆਪਾਂ ਕਹਿੰਦੇ ਹਾਂ, ਗੈਰ ਸੰਗਠਿਤ ਸੈਕਟਰ ਜਿਹੜਾ, ਉਹ ਜਿਵੇਂ ਰੇਹੜੀ ਫੜੀ ਵਾਲੇ, ਆਂਡਿਆਂ ਵਾਲਾ, ਭਾਂਡਿਆਂ ਵਾਲਾ, ਕੁਛ ਐਸਾ ਜਿਹੜਾ ਕਾਰੋਬਾਰ, ਛੋਟਾ ਨਿੱਕਾ ਕਾਰੋਬਾਰ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਜ਼ਿਆਦਾਤਰ ਉਹ ਰੁਜ਼ਗਾਰ ਹੁੰਦੇ ਆ ਜਿਹੜੇ ਇੱਕੋ ਝਟਕੇ 'ਚ ਖੁੱਸ ਜਾਂਦੇ ਆ। ਖੈਰ ਜੇ ਆਪਾਂ ਅੱਗੇ ਗੱਲ ਕਰੀਏ, ਬਿਹਾਰ ਨੇ 15 ਮਈ ਤੱਕ ਲਾਕਡਾਊਨ ਲਾ ਦਿੱਤਾ ਵਾ। ਦਿੱਲੀ 'ਚ ਕਹਿੰਦੇ ਕਿ 2 ਮਹੀਨਿਆਂ ਤੱਕ ਮੁਫਤ ਰਾਸ਼ਨ ਪਾਣੀ ਤੁਹਾਨੂੰ ਦਿਆਂਗੇ। ਆਟੋ ਟੈਕਸੀ ਵਾਲਿਆਂ ਨੂੰ ਕੇਜਰੀਵਾਲ ਸਾਹਿਬ ਕਹਿੰਦੇ ਕਿ 5-5 ਹਜ਼ਾਰ ਰੁਪਈਆ ਤੁਹਾਡੇ ਖਾਤੇ 'ਚ ਪਾ ਦੇਣਾ ਵਾ। ਦੂਜਿਆਂ ਨੂੰ ਵੈਸੇ ਚਾਹੀਦਾ, ਰੁਜ਼ਗਾਰ ਤੇ ਸਾਰਿਆਂ ਦਾ ਮਰੂਗਾ। ਇੱਧਰ ਜਿਹੜੀ ਹੈਗੀ ਆ ਤਾਈ ਨਿਰਮਲਾ ਸੀਤਾਰਮਨ, ਵਿੱਤ ਮੰਤਰੀ ਹੈ ਜਿਹੜੇ, ਉਹ ਕਹਿੰਦੇ ਕਿ ਦੁਨੀਆ ਦੇ ਦੇਸ਼ਾਂ 'ਚ ਮਹਾਮਾਰੀ ਦੇ ਇਸ ਦੌਰ 'ਚ ਕੋਰੋਨਾ ਟੀਕਿਆਂ ਦੀ ਤਕਨੀਕ ਸਾਂਝੀ ਕਰਨ ਦੀ ਅਪੀਲ ਕਰਦੇ ਹੋ। ਕਹਿੰਦੇ ਕਿ ਇਹਨਾਂ ਦੇ ਵਿੱਚ ਰਾਸ਼ਟਰਵਾਦ ਨਹੀਂ ਹੋ ਸਕਦਾ, ਮਤਲਬ ਕਿ ਆਪਣੇ ਰਾਸ਼ਟਰ ਨੂੰ ਤੁਸੀਂ ਪਹਿਲ ਨਹੀਂ ਦੇ ਸਕਦੇ, ਉਹ ਜੋ ਰੈਸਪੀ ਵਗੈਰਾ ਜੋ ਜਿੱਦਾਂ ਕਹਿ ਲਓ ਕਿ ਉਹ ਸਾਂਝੀ ਕਰ ਦਿਓ। ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹੋ ਆ। ਪਰ ਏਦਾਂ ਕਿਵੇਂ ਕਰਨਗੇ? ਇਸੇ ਗੱਲ ਦਾ ਤਾਂ ਰੋਣਾ ਹੈ, ਇसी बात का रोना, इसी बात पे रोते हैं। ਬਿੱਲੂ ਅੰਕਲ ਨੇ ਥੋੜੇ ਦਿਨ ਪਹਿਲਾਂ ਕੀ ਕਿਹਾ ਯਾਦ ਕਰੋ? ਬਿੱਲੂ ਅੰਕਲ ਵੀ ਕਹਿੰਦੇ ਕਿ ਨਹੀਂ, ਮਤਲਬ ਕਿ ਬਿਲ ਗੇਟਸ, ਉਹ ਕਹਿੰਦੇ ਕਿ ਨਹੀਂ, ਅਸੀਂ ਏਦਾਂ ਨਹੀਂ ਕਰ ਸਕਦੇ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਟੈਕਨੀਕ ਜਾਂ ਜਿਹੜੀ ਵੀ ਉਹ ਖੋਜ ਆ ਉਹ ਦੇ ਦਈਏ, ਸਾਂਝੀ ਕਰ ਦਈਏ। ਤਾਂ ਇਹਦਾ ਮਤਲਬ ਇਹੀ ਹੈ ਕਿ ਕੱਲ ਨੂੰ ਫੂਡ ਤੇ ਕੰਟਰੋਲ ਹੋ ਜਾਂਦਾ, ਬੀਜ ਤੇ ਕੰਟਰੋਲ ਹੋ ਜਾਂਦਾ। ਜਿਵੇਂ ਵੈਕਸੀਨ ਤੇ ਕੰਟਰੋਲ ਹੋ ਗਿਆ ਤਗੜੇ ਦੇਸ਼ਾਂ ਦਾ, ਉਸ ਸੂਰਤ ਦੇ ਵਿੱਚ ਆਮ ਬੰਦੇ ਦਾ, ਗਰੀਬ ਬੰਦੇ ਦਾ ਕੀ ਹਾਲ ਹੋਏਗਾ? ਇਸੇ ਗੱਲ ਦਾ ਰੋਣਾ ਹੈ। ਜੇ ਇਹਨਾਂ ਨੂੰ ਸਮਝ ਆ ਗਈ ਹੈ ਇਸ ਗੱਲ ਦੀ, ਤਾਂ ਮੇਰੇ ਖਿਆਲ ਦੇ ਨਾਲ ਫਾਰਮਰ ਐਜੀਟੇਸ਼ਨ ਦੇ ਸੰਦਰਭ ਦੇ ਵਿੱਚ ਵੀ ਇਸ ਚੀਜ਼ ਨੂੰ ਇਹ ਲੈ ਸਕਦੇ ਆ। ਖੈਰ ਜੇ ਅੱਗੇ ਗੱਲ ਕਰੀਏ ਦਿੱਲੀ ਹਾਈ ਕੋਰਟ ਦੀ, ਲਗਾਤਾਰ ਉਹਨਾਂ ਦਾ ਕਹਿ ਲਓ ਕਿ ਜੁੱਤੀ ਹੱਥ 'ਚ ਹੀ ਫੜੀ ਆ, ਬਸ ਲਹਿਰ ਤੇਰੇ ਦੀ ਲਹਿਰ ਤੇਰੇ ਦੀ। ਤਾਂ ਅੱਜ ਵੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਝਾੜਦੇ ਆਖਿਆ, ਉਹਨਾਂ ਆਖਿਆ ਕਿ ਕੰਟੈਂਟ ਆਫ ਕੋਰਟ ਦਾ ਪਾ ਦਿਆਂਗੇ ਤੁਹਾਡੇ ਤੇ ਮਾਮਲਾ, ਕਿਉਂਕਿ ਤੁਹਾਨੂੰ ਕਿਹਾ ਕਿ ਜੋ ਦਿੱਲੀ ਦੇ ਹਿੱਸੇ ਦੀ ਆਕਸੀਜਨ ਆ ਤੁਸੀਂ ਉਹ ਪ੍ਰੋਵਾਈਡ ਕਰਵਾਓ, ਹਰ ਹੀਲੇ ਹਰ ਵਸੀਲੇ। ਕਿਉਂ ਨਹੀਂ ਕਰਵਾ ਰਹੇ? ਤਗੜੇ ਹੋ ਜਾਓ, ਅभी ਰਾਹ ਤੋਂ ਅਸੀਂ ਤੁਹਾਨੂੰ ਰਗੜਾਂਗੇ ਬਹੁਤ ਬੁਰੀ ਤਰ੍ਹਾਂ। ਤੇ ਫਿਰ ਨਾਲ ਕਿਹਾ ਕਿ ਤੁਸੀਂ ਅੰਨੇ ਹੋ ਸਕਦੇ ਜੇ ਅਸੀਂ ਨਹੀਂ। ਖਾਸੀਆਂ ਕਹਿ ਲਓ ਕਿ ਵਜ਼ਨਦਾਰ ਟਿੱਪਣੀਆਂ ਨੇ, ਕਾਫੀ ਜ਼ਿਆਦਾ ਚੋਂਦੀਆਂ ਜਿੱਦਾਂ ਆਪਾਂ ਗੱਲਾਂ ਕਹਿੰਦੇ ਹਾਂ
ਇਸ ਤਰੀਕੇ ਨਾਲ ਹੈ। ਵੈਸੇ ਅੱਜ ਵੀ ਇੱਕ ਦੁਖਾਂਤ ਵਾਪਰਿਆ ਉੱਤਰਾਖੰਡ ਦੇ ਰੁੜਕੀ ਦੇ ਵਿੱਚ, ਇੱਕ ਨਿੱਜੀ ਹਸਪਤਾਲ ਦੇ ਵਿੱਚ ਆਕਸੀਜਨ ਨਹੀਂ ਮਿਲੀ, ਉੱਥੇ 5 ਜਿਹੜੇ ਪੇਸ਼ੈਂਟ ਸੀਗੇ ਕਰੋਨਾ ਦੇ, COVID-19 ਦੇ, ਉਹ ਚੱਲ ਵਸੇ ਆ। ਇਸੇ ਤਰ੍ਹਾਂ ਜੇ ਕੁਛ ਆਪਾਂ ਹੋਰ ਗੱਲਾਂ ਦੇਖੀਏ ਤਾਂ ਇੱਕ ਤਾਂ ਇਹ ਆ ਕਿ ਕੁਛ ਸੈਲੀਬ੍ਰਿਟੀ ਤਾਂ ਆ ਹੀ ਰਹੇ ਆ ਇਸ ਬੁਲੇਟੇ ਦੇ ਵਿੱਚ। ਕਹਿੰਦੇ ਆ ਕਿ ਕੁਛ ਸਟੇਟਾਂ 'ਚ ਜਿੱਦਾਂ ਬਿਹਾਰ ਆ, ਗੁਜਰਾਤ ਆ, ਇੱਥੇ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਇੰਨਾ ਨਹੀਂ ਹੈ, ਪਿੰਡਾਂ ਦੇ ਵਿੱਚ ਅਸਰ ਜੇ ਹੈ ਵੀ ਆ ਕਿਤੇ ਤਾਂ RMP ਡਾਕਟਰ ਵਗੈਰਾ ਹੀ ਸਾਂਭੀ ਜਾ ਰਹੇ ਆ, ਪਰ ਉੱਥੇ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਪੇਸ਼ੈਂਟ ਜਿਹੜੇ ਆ ਮਿਲਣੇ ਸ਼ੁਰੂ ਹੋ ਗਏ ਆ, ਜਿਹੜਾ ਕਿ ਕਹਿ ਲਓ ਕਿ ਕਾਫੀ ਵੱਡਾ ਚਿੰਤਾ ਦਾ ਸਬਬ ਆ। ਇਹ ਮੇਰੇ ਖਿਆਲ ਦੇ ਨਾਲ ਸੋਚਣਾ ਹੋਏਗਾ ਕਿ ਅਗਾਂਹ ਇਹਨਾਂ ਨੇ ਕਿਵੇਂ ਰੋਕਥਾਮ ਕਰਨੀ ਹੈ। ਬਾਕੀ ਜੇ ਆਪਾਂ ਦੇਖੀਏ COVID-19 ਕਰਕੇ ਹਾਲ ਦੀ ਘੜੀ ਤਾਂ ਕਹਿ ਲਓ ਕਿ ਜਾਨ ਦੀ ਪਰਵਾਹ ਹੀ ਹੈ, ਮਾਲ ਦੀ ਕੋਈ ਪਰਵਾਹ ਨਹੀਂ ਹੈ। ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਕਿੰਨਾ ਕੁ ਨੁਕਸਾਨ ਹੋਏਗਾ, ਪਰ ਇਸ ਦਰਮਿਆਨ ਇੱਕ ਵੱਡਾ ਫੈਸਲਾ ਕੇਂਦਰ ਸਰਕਾਰ ਨੇ ਠੀਕ ਉਸੇ ਤਰਜ਼ੇ ਅਮਲ ਤੇ ਜਿੱਦਾਂ ਕਹਿ ਲਓ ਕਿ ਇਹਨਾਂ ਨੇ ਫਾਰਮਰ ਲਾਅ ਲਈ ਉਹ ਆਰਡੀਨੈਂਸ ਲਿਆਂਦੇ ਸੀ, ਉਸੇ ਤਰ੍ਹਾਂ ਹੀ ਕਿ ਲੋਕਾਂ ਨੂੰ ਜਦੋਂ ਜਾਣ ਦੀ ਪਈ ਹੈ, ਇਹਨਾਂ ਨੇ ਬੋਝ ਕੇ ਜੇ 5G ਤਕਨੀਕ ਲਈ ਟ੍ਰਾਇਲ ਸ਼ੁਰੂ ਕਰਵਾ ਦਿੱਤੇ ਆ। ਅੱਜ ਹਰੀ ਗੱਡੀ ਆਖਰ ਦੇ ਦਿੱਤੀ ਹੈ ਜੀ। ਜੀ ਜੀ ਬਿਲਕੁਲ ਜੀ। ਇਹ ਤਾਂ ਲੋਕਾਂ ਦੇ ਜਦੋਂ ਸਮੱਸਿਆ ਪੈ ਰਹੀ ਹੁੰਦੀ ਆ ਉਹਨੂੰ ਲੈ ਕੇ ਵੀ ਜਿਹੜਾ ਇਹ ਹਟਦੇ ਨਹੀਂ ਆ। ਮਿੰਟੂ ਜੀ, ਜੇ ਕੰਗਣਾ ਦੀ ਉਹੀ ਗੱਲ ਥੋੜ੍ਹੀ ਜਿਹੀ ਜਿਹੜੀ ਕਰਨਾ ਚਾਹੁੰਦੇ, ਜਿਹੜਾ ਉਹਨੇ ਟਵੀਟ ਕੀਤਾ ਹੋਇਆ ਸੀਗਾ ਬੀਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਉਹਨੂੰ ਪਰਮਾਨੈਂਟਲੀ ਸਸਪੈਂਡ ਕੀਤਾ ਟਵਿੱਟਰ ਨੇ, ਉਹ ਕਹਿੰਦੀ ਆ ਵੀ 2000 ਵਾਲਾ ਜਿਹੜਾ ਕੰਮ ਮੋਦੀ ਨੇ ਕੀਤਾ ਸੀਗਾ ਉਹ ਬੰਗਾਲ 'ਚ ਕਰਨਾ ਪਊਗਾ। ਇਹਦਾ ਮਤਲਬ ਉਹ ਮੰਨਦੇ ਆ ਵੀ ਜਿਹੜਾ ਮੋਦੀ ਨੇ ਜਿਹੜਾ ਕਤਲੇਆਮ ਦੇ ਵਿੱਚ ਜਿਹੜਾ ਉਸਦਾ ਹੱਥ ਸੀਗਾ ਵੀ ਉਹ ਇਸ ਨੂੰ ਸਵੀਕਾਰ ਰਹੇ ਆ। ਬਿਲਕੁਲ ਕਸੂਤਾ ਫਸਾ ਰਹੀ ਹੈ ਮੋਦੀ ਨੂੰ ਤਾਂ, ਕਿ ਬਈ ਜਿਵੇਂ ਤੂੰ ਉੱਥੇ ਕੀਤਾ ਸੀ ਇੱਥੇ ਕਰਦੇ। ਔਰ ਨਾ ਸਿਰਫ ਉਹਨੂੰ ਫਸਾ ਰਹੀ ਆ, ਇਹ ਤੇ ਖੁਦ ਵੀ ਫਸ ਰਹੀ ਆ। ਇਹ ਜਿਹੜੀ ਜਨਾਨੀ, ਜਿਹੜੀ ਬੀਬੀ ਇਹੋ ਜਿਹੀ ਸੋਚ ਰੱਖਦੀ ਆ, ਉਹਨੂੰ ਟੈਕਸ ਪੇਅਰਸ ਦੇ ਪੈਸੇ ਦੇ ਵਿੱਚੋਂ ਭਾਈ 22 ਲੱਖ ਸਿਕਿਉਰਿਟੀ ਕਿਉਂ? ਸਿਕਿਉਰਿਟੀ ਕਿਉਂ? ਜਿਹਨੂੰ ਟਵਿੱਟਰ ਬੋਲਣ ਦੀ ਆਗਿਆ ਨਹੀਂ ਦੇ ਰਿਹਾ, ਅਸੀਂ ਆਪਣੇ ਪੈਸੇ ਨਾਲ ਉਹਨੂੰ ਗਨਮੈਨ ਕਾਹਤੋਂ ਦਈਏ ਭਾਈ? ਉਹਦਾ ਤਾਂ ਕੰਮ ਹੀ ਇਹੋ ਆ। ਸੋ ਇਸ ਪੱਖ ਤੋਂ ਵੀ ਸੋਚਣ ਵਿਚਾਰਨ ਦੀ ਗੱਲ ਆ। ਤਾਂ ਮੈਂ ਸਮਝਦਾ ਕਿ ਦੇਰ ਨਾਲ ਕਾਰਵਾਈ ਕੀਤੀ ਗਈ ਹੈ, ਤਾਂ ਵੰਡ ਰਹੀ ਹੈ ਸਮਾਜ ਨੂੰ, ਔਰ ਕਹਿ ਰਹੀ ਹੈ ਕਿ ਬੰਗਾਲ ਦੇ ਵਿੱਚ ਇੱਕ ਕਸ਼ਮੀਰ ਹੋਰ ਬਣ ਜਾਏਗਾ। ਇਸ ਬੀਬੀ ਨੂੰ, ਭਲੀ ਮਾਨਸ ਨੂੰ ਪੁੱਛਣ ਵਾਲਾ ਹੋਵੇ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਚੱਲਦੀਆਂ ਨੇ, ਕਿ ਉੱਥੇ ਸਪੇਨ ਦਾ ਕੈਟਲੋਨੀਆ ਬਣਿਆ ਪਿਆ, ਉੱਥੇ US ਦਾ ਕੈਲੀਫੋਰਨੀਆ ਬਣਿਆ ਪਿਆ, ਉੱਥੇ UK ਦਾ ਕਮੈਂਟਰੀ ਬਣਿਆ ਪਿਆ। ਹੱਦ ਹੋ ਗਈ ਆ। ਤੇ ਬੰਗਾਲ 'ਚ ਅੱਜ ਤੱਕ ਤਾਂ ਭਾਰਤੀ ਜਨਤਾ ਪਾਰਟੀ ਨੇ ਰਾਜ ਹੀ ਨਹੀਂ ਕੀਤਾ ਮੇਰੇ ਖਿਆਲ ਦੇ ਨਾਲ, ਜਿਉਂ ਆਜ਼ਾਦੀ ਮਿਲੀ ਆ। ਤਾਂ ਉੱਥੇ ਅੱਜ ਤੱਕ ਤਾਂ ਭਾਰਤੀ ਜਨਤਾ ਪਾਰਟੀ ਨੇ ਰਾਜ ਨਹੀਂ ਕੀਤਾ, ਤੇ ਕੀ ਹੋ ਗਿਆ ਉੱਥੇ? ਬਹੁਤ ਵਧੀਆ ਉਹਨਾਂ ਦਾ ਹੈ ਭਾਈ ਸੱਭਿਆਚਾਰ ਆ, ਬਹੁਤ ਵਧੀਆ ਉਹਨਾਂ ਦਾ ਚੱਲਦਾ ਦੂਜੀਆਂ ਸਟੇਟਾਂ ਦੇ ਮੁਕਾਬਲੇ। ਠੀਕ ਹੈ, ਗਰੀਬੀ ਵੀ ਹੁੰਦੀ ਆ, ਬੇਰੁਜ਼ਗਾਰੀ ਵੀ ਹੁੰਦੀ ਆ, ਉਹ ਸਾਰੇ ਪਾਸੇ। ਗੁਜਰਾਤ ਦੇ ਵਿੱਚ ਕਿਹੜਾ ਨਹੀਂ ਹੈ? ਤੁਸੀਂ ਅੰਕੜੇ ਲਿਖਾ ਲੈਂਦੇ ਹੋ। ਪਰ ਇਹ ਕਹਿਣਾ ਕਿ ਕਸ਼ਮੀਰ ਬਣ ਜਾਏਗਾ, ਹੁਣ ਤਾਂ ਪੈਸੇ ਤੁਹਾਨੂੰ ਕਸ਼ਮੀਰ ਦੀ ਨਜ਼ੀਰ ਦਿੰਦੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਕਿਉਂਕਿ ਤੁਸੀਂ ਉੱਥੇ ਸਾਰਾ ਕੁਛ ਤਾਂ ਉਹਨਾਂ ਦੀ ਜੋ ਵੀ ਆਟੋਨੋਮੀ ਸੀਗੀ ਤੁਸੀਂ ਖੋਹ ਲਈ, ਖੁਦ ਮੁਖਤਿਆਰੀ ਖੋਹ ਲਈ। ਕਿ ਹਾਲੇ ਵੀ ਤੁਸੀਂ ਮੰਨਦੇ ਹੋ ਕਿ ਕਸ਼ਮੀਰ ਨਰਕ ਹੈ? ਜੇ ਕਸ਼ਮੀਰ ਹਾਲੇ ਵੀ ਤੁਹਾਡੀ ਨਜ਼ਰ ਦੇ ਵਿੱਚ ਦੋਜ਼ਖ ਆ, ਤੁਹਾਨੂੰ ਦੁਬਾਰਾ ਜੰਨਤ ਦਾ ਦੇ ਦਿਓ ਦਰਜਾ, ਵਾਪਸ ਕਰ ਦਿਓ ਉਹਨਾਂ ਦਾ ਜੋ ਵੀ ਸਟੇਟਸ ਸੀਗਾ। ਸੋ ਇਹ ਤੇ ਬਿਲਕੁਲ ਮੈਂ ਕਹੂੰਗਾ ਕਿ ਉਹਨੂੰ ਪਤਾ ਹੀ ਨਹੀਂਗਾ ਸੱਚ ਵਿੱਚ, ਉਹਨੂੰ ਰਾਜਨੀਤੀ ਦਾ, ਇੰਡੀਅਨ ਤਾਣੇ ਬਾਣੇ ਦਾ, ਸਾਡੀਆਂ ਸਮਾਜਿਕ ਸਾਂਝਾਂ ਦਾ, ਪਰਿਸਥਿਤੀਆਂ ਦਾ, ਇਤਿਹਾਸ ਦਾ ਕੁਛ ਵੀ ਨਹੀਂ ਪਤਾ। ਉਹਨੂੰ ਤੇ ਇਹ ਪਤਾ ਤੜਕੇ ਉੱਠ ਕੇ ਉਹਨੇ ਸੁਰਖੀ ਬਿੰਦੀ ਲਾ ਲੈਣੀ ਆ ਕਿ ਅੱਜ ਮੈਂ ਕਿਹਦੇ ਮਗਰ ਪੈਣਾ ਲਾ ਕਰਕੇ। ਜੀ ਜੀ ਬਿਲਕੁਲ ਸਹੀ ਗੱਲ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਯੂਪੀ ਦੀਆਂ ਇਲੈਕਸ਼ਨ ਦੇ ਵਿੱਚ ਉੱਤਰ ਪ੍ਰਦੇਸ਼ ਦੇ BJP ਦੇ ਲਈ ਖਤਰੇ ਦੀ ਘੰਟੀ ਹੈਗੀ ਆ। ਮਿਸ਼ਨ 2022 ਨੂੰ ਸੈਮੀਫਾਈਨਲ ਦੇ ਵਿੱਚ ਵੱਡਾ ਝਟਕਾ ਹੈ, ਬਹੁਤ ਵੱਡਾ, ਬਹੁਤ ਵੱਡਾ। ਯੋਗੀ ਆਦਿੱਤਿਆਨਾਥ ਤਾਂ ਅੱਜ ਮੇਰੇ ਖਿਆਲ ਦੇ ਨਾਲ ਸੁਣੇਗਾ ਨਹੀਂ। ਔਰ ਕਮਾਲ ਦੀ ਗੱਲ ਹੈ, ਇਤਫਾਕਨ ਦੇਖੋ ਉਹਨੂੰ ਅੱਜ ਧਮਕੀ ਵੀ ਆ ਗਈ ਆ, ਤੇ ਕਿਸੇ ਨੇ ਉਹ ਜਿਹੜੀ ਪੁਲਿਸ ਹੈਲਪਲਾਈਨ ਹੁੰਦੀ ਆ ਉਹਦੇ ਤੇ ਫੋਨ ਕਰਕੇ ਧਮਕੀ ਦੇ ਦਿੱਤੀ ਕਿ ਇਹਨੂੰ ਕਹੋ ਕਿ 4 ਦਿਨਾਂ 'ਚ ਜਿਹੜਾ ਕੰਮ ਕੋਈ ਮਹਿੰਗਾ ਨਿਬੇੜ ਲਵੇ, ਅਸੀਂ ਇਹਨੂੰ ਚੱਕ ਦੇਣਾ। ਤੇ ਬੰਦਾ ਕੋਈ ਪੁਲਿਸ ਕੰਟਰੋਲ ਰੂਮ ਦੇ ਵਿੱਚ ਦੇਖੋ ਕੋਈ ਜਾ ਕੇ ਧਮਕੀ ਦੇਊਗਾ ਕਿਸੇ ਨੂੰ, ਉਹ ਵੀ ਚੀਫ ਮਿਨਿਸਟਰ ਨੂੰ। ਹੱਦ ਹੋ ਗਈ ਆ, ਏਡੇ ਮੂਰਖ ਹੋ ਗਏ ਆ ਅੱਜ ਕੱਲ ਲੋਕ। ਖੈਰ, ਤਾਂ ਦੇਖੋ ਇਹ ਸੈਮੀਫਾਈਨਲ ਮੰਨਿਆ ਜਾ ਰਿਹਾ, ਪੰਚਾਇਤੀ ਇਲੈਕਸ਼ਨ ਆ,
ਤਕਰੀਬਨ ਲਾ ਲਓ ਕਿ 351 ਸੀਟਾਂ ਦਾ ਮੁਕਾਬਲਾ ਸੀਗਾ ਤੇ ਐਂਡ ਤੱਕ ਜਿਹੜੇ ਮੈਂ ਉਹ ਯੂਪੀ ਦੇ ਕੁਝ ਚੈਨਲ ਦੇਖ ਰਿਹਾ ਸੀਗਾ, ਐਂਡ ਤੱਕ ਜਿਹੜੇ ਟ੍ਰੈਂਡ ਸੀਗੇ ਜਾਂ ਨਤੀਜੇ ਆਏ ਆ ਉਹਦੇ ਵਿੱਚ ਟੋਟਲੀ ਕਹਿ ਲਓ ਕਿ ਮਾਮਲਾ 50-50 ਹੋ ਗਿਆ, ਸਮਾਜਵਾਦੀਆਂ ਦਾ ਤੇ ਇਹਨਾਂ ਦਾ, ਭਾਰਤੀ ਜਨਤਾ ਪਾਰਟੀ ਵਾਲਿਆਂ ਦਾ। ਔਰ ਮੇਰੇ ਖਿਆਲ ਦੇ ਨਾਲ 2 ਸੀਟਾਂ ਦਾ ਅੰਤਰ ਸੀ, 762 ਇਹਨਾਂ ਦੀਆਂ ਸੀ ਉਸ ਟਾਈਮ ਤੇ 764 ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ ਸੀ। ਬਿਲਕੁਲ ਨੈਕ ਟੂ ਨੈਕ ਫਾਈਟ। 369 ਉਸ ਟਾਈਮ ਬਹੁਜਨ ਸਮਾਜ ਪਾਰਟੀ ਦੀਆਂ ਸੀਗੀਆਂ ਤੇ ਕਾਂਗਰਸ ਤਾਂ ਚੌਥੇ ਨੰਬਰ ਤੇ ਫਿਰਦੀ ਸੀ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਅਦਰਸ ਜਿਹਦੇ ਚ ਕਹਿ ਲਓ ਆਜ਼ਾਦ ਆ ਗਏ ਜਾਂ ਛੋਟੇ ਮੋਟੇ ਹੋਰ ਦਲ ਆ ਗਏ, ਉਹ 1000 ਤੋਂ ਵੀ ਗਾਂਹ ਟੱਪੇ ਪਏ ਸੀ, ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਤੁਰੇ ਫਿਰਦੇ ਸੀ। ਔਰ ਇੰਟਰਸਟਿੰਗ ਗੱਲ ਜਿਹੜੀ ਸੀਗੀ ਉਹ ਇਹ ਸੀਗੀ ਕਿ ਇਸ ਮਰਤਬਾ ਬਹੁਤੀਆਂ ਪਾਰਟੀਆਂ ਨੇ ਅਧਿਕਾਰਤ ਤੌਰ ਤੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਤਾਂ ਉਹਦੇ ਚ ਅਯੁੱਧਿਆ ਚ ਵੀ ਹਾਰ ਗਏ, ਅਯੁੱਧਿਆ ਚ ਵੀ ਹਾਰ ਗਏ। ਕਮਾਲ ਦੀ ਗੱਲ ਕਿ ਗੋਰਖਪੁਰ ਦੇ ਵਿੱਚ ਵੀ ਸਮਾਜਵਾਦੀਆਂ ਨੇ ਬਹੁਤ ਵੱਡੀ ਸੰਨ ਮਾਰੀ ਕੀਤੀ ਆ, 60 ਸੀਟਾਂ ਨੇ ਮੇਰੇ ਖਿਆਲ ਦੇ ਨਾਲ ਉੱਤੇ ਤੇ ਟੋਟਲ 20 ਦਾ ਮਾਮਲਾ ਹੋਇਆ ਪਿਆ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਬੁਰੀ ਤਰ੍ਹਾਂ ਫਸ ਗਿਆ ਯੋਗੀ ਆਦਿੱਤਿਆਨਾਥ ਸੀ। ਇਸ ਤੋਂ ਇਲਾਵਾ ਮਥੁਰਾ ਦੇ ਵਿੱਚ ਬਹੁਤ ਬੁਰੀ ਹਾਲਤ ਆ। ਫਿਰ ਇਸ ਤੋਂ ਇਲਾਵਾ ਦੇਖੋਗੇ ਤਾਂ ਵਾਰਾਣਸੀ ਦੇ ਵਿੱਚ ਹਾਲਤ ਬੁਰੀ ਆ, ਪੂਰਵਾਂਚਲ ਦੇ ਵਿੱਚ ਬੁਰੀ ਆ, ਵੈਸਟਰਨ ਯੂਪੀ ਦੇ ਵਿੱਚ ਬੁਰੀ ਆ। ਮਤਲਬ ਕਿ ਹਰੇਕ ਥਾਂ ਫਸ ਗਏ, ਕਸੂਤੇ ਫਸ ਗਏ ਆ। ਸਮਾਜਵਾਦੀਆਂ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਹੁਣ ਤੱਕ ਜੇ ਆਪਾਂ ਦੇਖੀਏ ਤਾਂ। ਫਰਜ਼ ਕਰੋ ਜੇ ਇਸੇ ਹੀ ਮਾਮਲੇ ਨੂੰ ਆਪਾਂ ਅੱਗੇ ਵਧਾਈਏ, ਜੇ ਇਹੀ ਸਮੀਕਰਨ ਦੁਹਰਾਇਆ ਜਾਂਦਾ ਤੇ ਜਿਹੜੀ ਮੰਨ ਲਓ ਵਿਰੋਧੀ ਵੋਟ ਆ, ਬਹੁਜਨ ਸਮਾਜ ਪਾਰਟੀ ਜਾਂ ਕਾਂਗਰਸ ਜਾਂ ਇਹ ਇਕੱਠੇ ਹੋ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਤਾਂ ਬਹੁਤ ਬੁਰੀ ਹੋ ਸਕਦੀ ਇਹਨਾਂ ਦੇ ਨਾਲ। ਪਰ ਉਹ ਇਕੱਠੇ ਹੋਣਗੇ ਦੀ ਸੰਭਾਵਨਾ ਘੱਟ ਆ। ਅੱਗੇ ਤੁਸੀਂ ਦੇਖਿਆ ਹੀ ਆ ਇਕੱਠੇ ਹੋਏ ਵੀ ਸੀਗੇ, ਪਰੰਤੂ ਆਪਸ ਦੇ ਵਿੱਚ ਫਿਰ ਉਹਨਾਂ ਦਾ ਦਵੈਸ਼ ਹੈ ਜਿਹੜਾ ਉਹ ਚੱਲਦਾ ਹੀ ਆ। ਬਹਰਹਾਲ ਬਹੁਤ ਵੱਡੀ ਖਬਰ ਆ, ਬੰਗਾਲ ਤੋਂ ਬਾਅਦ ਯੂਪੀ ਦੀਆਂ ਪੰਚਾਇਤੀ ਚੋਣਾਂ ਜਿਹਨੂੰ ਇਹ ਫਾਇਰ ਬ੍ਰਾਂਡ ਆਗੂ ਮੰਨਦੇ ਆ, ਉਹਦੀ ਅਗਵਾਈ 'ਚ ਲੜੀਆਂ ਚੋਣਾਂ 'ਚ ਇਹੋ ਜਿਹੀ ਹਾਲਤ ਮੇਰੇ ਖਿਆਲ ਦੇ ਨਾਲ ਦੁੱਲਾ ਤੇ ਸਿੱਕਰੀ ਤੇ ਜ਼ਰੂਰ ਲਿਆਏਗੀ। ਜੀ ਜੀ, ਬੰਗਾਲ ਦੇ ਵਿੱਚ ਨਤੀਜਿਆਂ ਤੇ ਮਗਰੋਂ ਹਿੰਸਾ ਮਾਮਲਾ ਪਹੁੰਚ ਗਿਆ ਸੁਪਰੀਮ ਕੋਰਟ। ਹਾਂਜੀ ਹਾਂਜੀ, ਦੇਖੋ ਇਹਦੇ ਵਿੱਚ ਕੀ ਆ ਕਿ ਕਾਫੀ ਕੁਛ ਵਾਪਰਿਆ। ਜੇ ਆਪਾਂ ਦੇਖੀਏ ਇਲੈਕਸ਼ਨ ਤੋਂ ਬਾਅਦ ਜਿਹੜਾ ਕਿ ਮੰਦਭਾਗਾ TMC ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਦੇ ਦਰਮਿਆਨ ਲਗਾਤਾਰ ਝੜਪਾਂ ਹੋ ਰਹੀਆਂ ਨੇ। ਰਾਜਕਰਨਦੀਪ ਸਿੰਘ ਦੀ ਹੁਣ ਤੱਕ ਦਰਜਨ ਦੇ ਕਰੀਬ ਮੌਤਾਂ ਦਾ ਸਮਾਚਾਰ ਆ। ਪੁਸ਼ਟੀ ਨਹੀਂ ਹੈ ਕਿਉਂਕਿ BBC ਦੀ ਅੱਡ ਗਿਣਤੀ ਆ। ਜੇ ਤੁਸੀਂ ਦੇਖੋਗੇ ਤਾਂ ਹੋਰ ਜਿਹੜੇ ਹਿੰਦੀ ਦੇ ਜਿੱਦਾਂ ਜਾਗਰਣ, ਭਾਸਕਰ ਵਗੈਰਾ ਅਖਬਾਰ ਉਹਨਾਂ ਦੀ ਗਿਣਤੀ ਅੱਡ ਆ, ਪਰ ਦਰਜਨ ਦੇ ਕਰੀਬ ਆਪਾਂ ਮੰਨ ਕੇ ਚੱਲਦੇ ਹਾਂ ਕਿਉਂਕਿ ਹਾਲੇ ਉੱਥੇ ਸਰਕਾਰ ਹੋਣ ਦੇ ਵਿੱਚ ਨਹੀਂ ਹੈ। ਜੇ ਆਪਾਂ ਦੇਖੀਏ ਸਰਕਾਰ ਜਿਹੜੀ ਨਵੀਂ ਸਰਕਾਰ ਹੈ ਉਹ ਹਾਲੇ ਹੋਣ ਦੇ ਵਿੱਚ ਨਹੀਂ ਆਈ। ਜਦੋਂ ਸਹੁੰ ਚੁੱਕਣਗੇ ਉਸ ਤੋਂ ਬਾਅਦ ਕੰਮਕਾਰ ਸ਼ੁਰੂ ਕਰਨਗੇ, ਫਿਰ ਕੋਈ ਆਫੀਸ਼ੀਅਲੀ ਅੰਕੜਾ ਦੇਖਿਆ ਜਾ ਸਕਦਾ। ਪਰ ਬਹੁਤ ਕੁਝ ਹੋਇਆ ਇਸ ਮਾਮਲੇ 'ਚ। ਇੱਕ ਤੇ ਇਹ ਹੈ ਕਿ ਨਰਿੰਦਰ ਮੋਦੀ ਡਾਇਰੈਕਟਲੀ ਇਨਵੋਲਵ ਹੋਏ ਆ, ਉਹਨਾਂ ਨੇ ਰਾਜਪਾਲ ਦੇ ਨਾਲ ਗੁਫ਼ਤਗੂ ਕੀਤੀ ਇਸ ਮਾਮਲੇ ਤੇ। ਫਿਰ ਇਸ ਤੋਂ ਇਲਾਵਾ ਜੇ ਵੇਖੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਚੱਲ ਗਿਆ ਕਿ CBI ਨੂੰ ਇਨਕੁਆਇਰੀ ਦੇ ਦਿਓ, ਮਤਲਬ ਕਿ ਨਾਲ ਦੀ ਨਾਲ ਹੀ ਘੇਰਨ ਦਾ ਯਤਨ ਕੀਤਾ ਜਾ ਰਿਹਾ। ਵੈਸੇ ਤੁਹਾਨੂੰ ਪਤਾ ਹੀ ਹੈ ਨਾ ਕਿ ਅਧਿਕਾਰਾਂ ਨੂੰ ਲੈ ਕੇ ਬੰਗਾਲ ਕਿਸ ਤਰੀਕੇ ਨਾਲ ਇਸ ਇੰਡੀਅਨ ਸਟੇਟ ਨਾਲ ਟਕਰਾਇਆ। ਆਪਾਂ ਦੇਖਿਆ ਫੈਡਰਲਿਜ਼ਮ ਦਾ ਮੁੱਦਾ ਬੰਗਾਲ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਗਿਆ ਔਰ ਉੱਥੋਂ ਹੀ ਸ਼ਾਇਦ ਪ੍ਰਾਈਡ ਜਿਹੜਾ ਉਪ ਰਾਸ਼ਟਰਵਾਦ ਜਿਹਨੂੰ ਆਪਾਂ ਕਹਿੰਦੇ ਆ, ਰਾਸ਼ਟਰਵਾਦ ਦਾ ਮੁਕਾਬਲਾ ਉਪ ਰਾਸ਼ਟਰਵਾਦ ਨਾਲ ਜਦੋਂ ਹੁੰਦਾ ਤਾਂ ਬਹੁਤ ਕੁਝ ਵਾਪਰਦਾ ਹੈ, ਬਹੁਤ ਕੁਝ ਵਾਪਰਦਾ ਹੈ। ਇਸ ਚੀਜ਼ ਦਾ ਐਨਾਲਿਸਿਸ ਜੇ ਤੁਸੀਂ ਕਰੋਗੇ ਤੁਹਾਨੂੰ ਸਪਸ਼ਟ ਮਿਲ ਜਾਏਗਾ ਕਿ ਕੇਰਲ ਦੇ ਵਿੱਚ ਵੀ ਉਹੀ ਕੁਝ ਵਾਪਰਿਆ। ਜੇ ਤੁਸੀਂ ਦੇਖੋਗੇ ਤਾਂ ਬੰਗਾਲ ਦੇ ਵਿੱਚ ਵੀ ਇਹ ਕੁਝ ਵਾਪਰਿਆ ਕਿ ਰਾਸ਼ਟਰਵਾਦ ਤੇ ਉਪ ਰਾਸ਼ਟਰਵਾਦ ਭਾਰੀ ਪੈ ਗਿਆ। ਸੋ ਇਹੀ ਚੀਜ਼ਾਂ ਨੇ ਕਿ ਹੁਣ ਦੇਖੋ ਸੁਪਰੀਮ ਕੋਰਟ ਦੇ ਵਿੱਚ ਮਸਲਾ ਚੱਲ ਗਿਆ, ਰਾਜਪਾਲ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਤਾਂ ਮਤਲਬ ਇਹ ਕਿ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਤਗੜੀ ਮਿਲੇਗੀ ਕਿਉਂਕਿ ਆਪੋਜੀਸ਼ਨ ਦੇ ਵਿੱਚ ਆ ਗਈ ਹੈ ਭਾਰਤੀ ਜਨਤਾ ਪਾਰਟੀ। ਪਰ ਇੱਧਰ ਮੇਰੇ ਖਿਆਲ ਦੇ ਨਾਲ ਮਮਤਾ ਬੈਨਰਜੀ ਨੇ ਵੀ ਫੈਸਲਾ ਕਰ ਲਿਆ ਕਿਉਂਕਿ ਇੱਕ ਸੰਭਾਵਨਾ ਸੀਗੀ ਕਿ ਕਿਤੇ ਨਾ ਕਿਤੇ ਇਹ ਹੋ ਸਕਦਾ ਹੈ ਕਿ ਮਮਤਾ ਬੈਨਰਜੀ ਕਿਉਂਕਿ ਉਹ ਹਾਰ ਚੁੱਕੀ ਹੈ ਇਸ ਟਾਈਮ, ਹਾਲ ਦੀ ਘੜੀ ਨੰਦੀਗ੍ਰਾਮ ਦੇ ਵਿੱਚੋਂ ਕੋਈ ਕੀ ਨਤੀਜਾ ਬਦਲੇਗਾ ਕਿ ਨਹੀਂ ਬਦਲੇਗਾ ਇਹਦੇ ਤੇ ਸਵਾਲੀਆ ਨਿਸ਼ਾਨ ਆ। ਤਾਂ ਕੁਛ ਲੋਕਾਂ ਦਾ ਸੋਚਣਾ ਸੀਗਾ ਕਿ ਮਮਤਾ ਬੈਨਰਜੀ ਸ਼ਾਇਦ ਹੋ ਸਕਦਾ ਕਿ ਮੋਰਲ ਗਰਾਊਂਡ ਤੇ ਇਹ ਕਹਿ ਦੇਵੇ ਕਿ ਭਾਈ ਮੈਂ ਖੁਦ ਚੀਫ ਮਿਨਿਸਟਰ ਨਹੀਂ ਬਣਾਂਗੀ, ਮੈਂ ਕੌਮੀ ਰਾਜਨੀਤੀ ਦੇ ਵਿੱਚ ਹਿੱਸੇਦਾਰੀ ਕਰੂੰਗੀ। ਤੇ ਉਹ ਜਿਹੜੀ ਬੀਬੀ ਤੁਹਾਨੂੰ ਪਤਾ ਹੀ ਹੈ ਮੋਇਆ ਮਿੱਤਰਾ
ਉਹ ਬਹੁਤ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਜੀ ਸ਼ਾਇਦ ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ ਜਾਵੇ, ਕਿਉਂਕਿ ਉਹ ਬਹੁਤ ਤੇਜ਼ ਤਰਾਰ ਟੀਐਮਸੀ ਦੀ ਲੀਡਰ ਆ, ਬੈਂਕਰ ਰਹਿ ਚੁੱਕੀ ਆ, ਰਾਜ ਸਭਾ ਦੇ ਵਿੱਚ ਮੇਰੇ ਖਿਆਲ ਦੇ ਨਾਲ ਪਤਾ ਨਹੀਂ ਲੋਕ ਸਭਾ ਦੀ ਉਹ ਮੈਂਬਰ ਪਾਰਲੀਮੈਂਟ ਵੀ ਆ, MP ਵੀ ਹੈ। ਬਹੁਤ ਵੱਡੀ ਹਸਤੀ ਬਣੀ ਆ ਉਹ ਇਹਨਾਂ ਦਿਨਾਂ ਦੇ ਵਿੱਚ। ਤਾਂ ਉਹ ਇੱਕ ਉਮੀਦ ਜਤਾਈ ਜਾ ਰਹੀ ਸੀਗੀ ਜਿਹੜੀ ਕਿ ਕਹਿ ਲਓ ਕਿ ਇਸ ਟਾਈਮ ਝੂਠੀ ਨਿਕਲੀ ਹੈ, ਉਹ ਖਰੀ ਨਹੀਂ ਨਿਕਲੇਗੀ। ਤਾਂ ਬੀਬੀ ਮਮਤਾ ਬੈਨਰਜੀ ਹੀ ਮੁੱਖ ਮੰਤਰੀ ਬਣੇਗੀ। ਹੁਣ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਕਿ ਮੁੱਖ ਮੰਤਰੀ ਕਿਵੇਂ ਬਣ ਸਕਦੀ, ਉਹ ਤਾਂ ਹਾਰੀ ਹੈ। ਤਾਂ ਇੰਡੀਆ ਦਾ ਜਿਹੜਾ ਸੰਵਿਧਾਨ ਆ ਉਹਦਾ ਆਰਟੀਕਲ 164 ਹੈ ਜਿਹੜਾ ਉਹਦਾ ਉਪਬੰਧ 4, ਉਹ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਬਗੈਰ ਕਿਸੇ ਮਤਲਬ ਕਿ ਜਿੱਦਾਂ ਵਿਧਾਇਕ ਵਗੈਰਾ ਜਿਹੜੇ ਹੁੰਦੇ ਆ ਉਹਨਾਂ ਤੋਂ ਬਿਨਾਂ ਵੀ ਕੋਈ ਬੰਦਾ ਜਿਹੜਾ ਉਹ ਬਣ ਸਕਦਾ ਚੀਫ ਮਿਨਿਸਟਰ, ਪਰ 6 ਮਹੀਨੇ ਤੋਂ ਵੱਧ ਨਹੀਂ, ਕਿਉਂਕਿ 6 ਮਹੀਨੇ ਜੇ ਤੁਹਾਡੀ ਗੈਰਹਾਜ਼ਰੀ ਹੁੰਦੀ ਹੈ ਤਾਂ ਸੰਵਿਧਾਨਕ ਤੌਰ ਤੇ ਤੁਸੀਂ ਆਪਣੀ ਅਹੁਦੇਦਾਰੀ ਜਿਹੜੀ ਉਹ ਗਵਾ ਬੈਠੇ ਹੋ। ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਬੀਬੀ ਨੂੰ ਇਲੈਕਸ਼ਨ ਦੁਬਾਰਾ ਲੜ ਕੇ ਆਉਣਾ ਪਵੇਗਾ। ਇਹ ਇੱਕ ਕਹਿ ਲਓ ਕਿ ਜ਼ਰੂਰੀ ਪੱਖ ਹੈ ਇਸ ਮਾਮਲੇ ਦਾ। ਬਾਕੀ ਹਿੰਸਾ ਹੋ ਰਹੀ ਹੈ, ਬਹੁਤ ਮਾੜੀ ਗੱਲ ਆ। TMC ਵਾਲਿਆਂ ਨੂੰ ਵੀ ਚਾਹੀਦਾ ਕਿ ਤੁਸੀਂ ਜਿੱਤ ਗਏ, ਹੁਣ ਮੱਛਰ ਨਾ ਕੱਟੋ, ਚੁੱਪ ਕਰਕੇ ਇੰਜੋਏ ਕਰੋ ਆਪਣੀ ਵਿਕਟਰੀ, ਔਰ ਉਸ ਤੋਂ ਬਾਅਦ ਵਧੀਆ ਕੰਮ ਕਰੋ। ਤੁਹਾਡਾ ਬੰਗਾਲ ਮਾਡਲ ਹੈ ਜਿਹੜਾ ਉਹ ਅੱਗੇ ਆਵੇ ਇੰਡੀਆ ਦੇ ਵਿੱਚ, ਦੂਜਿਆਂ ਨਾਲ ਵੀ ਕਹਿ ਲਓ ਕਿ ਰਾਹ ਦਸਹਿਰਾ ਬਣ ਕੇ ਕੰਮ ਕਰੇ। ਇਹ ਜ਼ਰੂਰਤ ਹੈ ਕਿ ਬੀਬੀ ਮਮਤਾ ਬੈਨਰਜੀ ਨੇ ਜਿਸ ਤਰੀਕੇ ਨਾਲ ਆਪਾਂ ਦੇਖੀਏ ਹੁਣ ਤੱਕ ਦੋਹਾਂ ਪਾਸਿਆਂ ਤੋਂ ਵੈਸੇ ਤੇ ਸਭ ਕੁਝ ਹੋਇਆ, ਭੜਕਾਊ ਬਿਆਨ ਦੇਣ ਦੇ ਵਿੱਚ ਔਰ ਲੋਕਾਂ ਨੂੰ ਇੱਥੋਂ ਤੱਕ ਲਿਜਾਣ ਦੇ ਵਿੱਚ ਇਹਨਾਂ ਨੇ ਘੱਟ ਨਹੀਂ ਗੁਜ਼ਾਰੀ ਭਾਰਤੀ ਜਨਤਾ ਪਾਰਟੀ ਵਾਲੇ ਨੇ, ਕਿਉਂਕਿ ਇਹਨਾਂ ਦਾ ਤਾਂ ਹੈ ਹੀ ਫੰਡਾ ਹੀ ਵੰਡ ਪਾਉਣ ਵਾਲਾ, ਪਰ TMC ਵਾਲੇ ਵੀ ਘੱਟ ਨਹੀਂ ਹੈ ਕਿਸੇ ਗੱਲੋਂ। ਤਾਂ ਇਹਨਾਂ ਦੋਨਾਂ ਧਿਰਾਂ ਨੂੰ ਚਾਹੀਦਾ ਕਿ ਤੁਸੀਂ ਰਾਜਨੀਤੀ ਦੇ ਖੂਨੀ ਮੁਕਾਮ ਤੇ ਪਹੁੰਚੇ ਪਏ ਹੋ, ਇਹਦੋਂ ਗਾਂਹ ਜਾਓਗੇ ਤਾਂ ਉਜਾੜ ਹੀ ਉਜਾੜ। ਤਾਂ ਟਲਣਾ ਚਾਹੀਦਾ, ਜੋ ਹੋ ਗਿਆ ਸੋ ਹੋ ਗਿਆ। ਹੁਣ ਜੋ ਹੋਇਆ ਇਹਨੂੰ ਰੋਕਿਆ ਜਾਵੇ, ਜਿਹਨੇ ਇਹ ਕੀਤਾ ਉਹਨੂੰ ਕਹਿ ਲਓ ਕਿ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ, ਜਿਹੜੇ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ ਭਾਈ ਸੰਭਾਲਿਆ ਜਾਵੇ। ਜੋ ਵੀ ਹੈ ਜਲਦੀ ਤੋਂ ਜਲਦੀ ਸਥਿਤੀਆਂ ਜਿਹੜੀਆਂ ਉਹ ਤਿਆਮ ਵਰਗੀਆਂ ਹੋਣੀਆਂ ਚਾਹੀਦੀਆਂ। ਜੀ ਜੀ ਜੀ। ਮਹਿਲਾ ਆਗੂ ਤੋਂ ਬਰਾਮਦ ਹੋਈ ਹੈਰੋਇਨ ਦਾ ਪੰਜਾਬ ਪੁਲਿਸ 'ਚ ਨੌਕਰੀ ਕਰਦੀ ਧੀ ਸਸਪੈਂਡ। ਹਾਂਜੀ, ਮਾਮਲਾ ਹੈ ਇਹ ਅਕਾਲੀ ਦਲ ਦੀ ਜਿਹੜੀ ਮਹਿਲਾ ਆਗੂ ਹੈ ਜੱਸੀ ਤੋਂ ਹੀ ਸੁਣਿਆ ਹੀ ਹੋਣਾ, ਜਸਵਿੰਦਰ ਕੌਰ ਜੱਸੀ, ਕਹਿੰਦੇ ਕਿ ਜੱਸੀ ਜੈਸੀ ਕੋਈ ਨਹੀਂ, ਹੋਣੀ ਵੀ ਨਹੀਂ ਤੇ ਹੋਈ ਵੀ ਨਹੀਂ। ਸੋ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਨਿਕਾਲੀ ਸ਼ਾਨ ਕੋਠੀ ਦੇ ਵਿੱਚ ਰਹਿੰਦੀ ਸੀਗੀ, ਫਿਲਮਾਂ ਦੇ ਵਿੱਚ ਵੀ ਪੈਸਾ ਲਾਉਂਦੀ ਸੀ, ਰਾਜਨੀਤੀ ਦੇ ਵਿੱਚ ਵੀ ਧੱਕ ਪਾਉਂਦੀ ਸੀਗੀ, ਪਰ ਚਿੱਟੇ ਦਾ ਕਾਰੋਬਾਰ ਸੀਗਾ, ਫੜੀ ਗਈ। ਔਰ ਉਸ ਤੋਂ ਬਾਅਦ ਸਵਾਲ ਇਹ ਉੱਠਿਆ ਕਿ ਕੀ ਇੱਕ ਧੀ ਜਿਹੜੀ ਕਿ ਖੁਦ ਪੁਲਿਸ ਮੁਲਾਜ਼ਮ ਆ, ਉਹਨੂੰ ਆਪਣੇ ਘਰ ਦੀਆਂ ਗਤੀਵਿਧੀਆਂ ਦਾ ਪਤਾ ਨਹੀਂ ਹੈ? ਤਾਂ ਮਾਮਲਾ ਸ਼ੱਕੀ ਸੀਗਾ। ਇਹਨਾਂ ਨੇ ਆਖਿਆ ਕੋਈ ਗੱਲ ਨਹੀਂ, ਅਸੀਂ ਇੰਟਰਨਲ ਇਨਕੁਆਇਰੀ ਕਰਾਵਾਂਗੇ, ਜਿਹਨੂੰ ਆਪਾਂ ਵਿਭਾਗੀ ਜਾਂ ਕਹਿ ਲਓ ਕਿ ਮਹਿਕਮੀ ਕਾਰਵਾਈ ਕਹਿੰਦੇ ਆ। ਤਾਂ ਮਹਿਕਮੇ ਦੀ ਆਪਣੀ ਕਾਰਵਾਈ ਹੁੰਦੀ ਆ, ਉਹਦੇ 'ਚ ਇਨਵੈਸਟੀਗੇਟ ਕਰਦੇ ਆ ਕਿ ਕੀ ਸਾਡੇ ਮਹਿਕਮੇ ਦਾ ਕੋਈ ਕਰਮਚਾਰੀ ਜਿਹੜਾ ਉਹਦੀ ਇਨਵੋਲਵਮੈਂਟ ਤੇ ਨਹੀਂ ਹੈਗੀ। ਹੁਣ ਇਹਨਾਂ ਨੇ ਜਿਹੜੀ ਅੰਦਰੂਨੀ ਪੜਤਾਲ ਕੀਤੀ, ਉਹਦੇ 'ਚ ਪਾਇਆ ਗਿਆ ਕਿ ਇਸ ਧੀ ਨੂੰ, ਮਤਲਬ ਕਿ ਜੱਸੀ ਦੀ ਧੀ ਨੂੰ ਸਾਰਾ ਕੁਛ ਹੀ ਪਤਾ ਸੀਗਾ, ਔਰ ਇਸ ਤੋਂ ਇਲਾਵਾ ਕੋਈ ਜਿਹੜੀ ਮਤਲਬ ਕਿ ਡਿਲੀਵਰੀ ਵਗੈਰਾ ਦੇਣ ਜਾਂਦੇ ਸੀਗੇ ਜਾਂ ਕਿਤੋਂ ਮਾਲ ਲੈਣ ਜਾਂਦੇ ਸੀਗੇ ਤਾਂ ਉਦੋਂ ਇਹ ਵਰਦੀ ਪਾ ਕੇ ਗੱਡੀ ਟੱਕ ਕਰਕੇ ਲਿਜਾਂਦੀ ਸੀ। ਤਾਂ ਇਹਦਾ ਮਤਲਬ ਕਿ ਉਹਦੀ ਇਨਵੋਲਵਮੈਂਟ ਹਾਲ ਦੀ ਘੜੀ ਤੱਥਾ ਕਥਿਤ ਤੌਰ ਤੇ ਜੇ ਦੇਖੀਏ ਤਾਂ ਪਾਈ ਗਈ ਆ। ਔਰ ਮੈਂ ਸਮਝਦਾ ਕਿ ਜੇ ਇਨਵੋਲਵਮੈਂਟ ਪਾਈ ਗਈ ਹੈ ਤਾਂ ਉਹਨੂੰ ਸਸਪੈਂਡ ਕਰਨ ਦਾ ਕੀ ਮਤਲਬ, ਉਹਨੂੰ ਨਾਮਜ਼ਦ ਨਹੀਂ ਕਰਨਾ ਚਾਹੀਦਾ। ਹਾਲਾਂਕਿ ਹਾਲੇ ਸਮਾਂ ਜਿਹੜਾ ਉਹ ਕਹਿ ਲਓ ਕਿ ਖਤਮ ਨਹੀਂ ਹੋਇਆ, ਹਾਲੇ ਬਹੁਤ ਸਮਾਂ ਪੁਲਿਸ ਦੇ ਕੋਲ। ਪਰ ਮੇਰਾ ਮੰਨਣਾ ਕਿ ਜੇ ਮਹਿਕਮੇ ਨੂੰ ਲੱਗਦਾ ਆ ਕਿ ਉਹ ਬੀਬੀ ਜਿਹੜੀ ਪੁਲਿਸ ਦੇ ਵਿੱਚ ਆ, ਇੱਕ ਤੇ ਉਹਨੇ ਸੂਚਨਾ ਜਿਹੜੀ ਉਹ ਪੁਲਿਸ ਤੱਕ ਨਹੀਂ ਦਿੱਤੀ, ਮਤਲਬ ਕਿ ਉਹ ਗੁਨਾਹ ਦੀ ਹਿੱਸੇਦਾਰ ਬਣੀ ਆ। ਦੂਜਾ ਇਹ ਆ ਕਿ ਜੇ ਉਹਦੀ ਇਨਵੋਲਵਮੈਂਟ ਹੈ ਤਾਂ ਫਿਰ NDPS ਦਾ ਮਾਮਲਾ ਬਣਦਾ ਹੈ। ਕੰਜ਼ਿਊਮ ਕਰਨਾ ਜਾਂ ਕਹਿ ਲਓ ਕਿ ਸੇਲ ਕਰਨਾ ਡਰੱਗ, ਇਹ ਜੁਰਮ ਜੇ ਹੈ, ਪਰ ਇਹਨਾਂ ਦਾ ਜੇ ਕੋਈ ਸਾਥ ਦਿੰਦਾ ਉਹ ਵੀ NDPS ਐਕਟ ਦੇ ਮੁਤਾਬਕ ਕਹਿ ਲਓ ਕਿ ਆਫੈਂਸ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰ ਲਈਏ, ਟਿਕਟ ਲੈਣੀ ਆ ਤਾਂ 7 ਲੱਖ ਜਲੰਧਰ ਭੇਜੋ, ਪੀਕੇ ਨੇ ਕਹਿੰਦੇ ਕਾਲ ਕੀਤੀ ਆ। ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ, ਏਦਾਂ ਨਹੀਂ ਹੈ। ਤੇ ਇਹ ਪੀਕੇ ਕੋਈ ਜਾਲੀ ਬਣ ਗਿਆ। ਵੈਸੇ ਕਾਂਗਰਸੀਆਂ ਨੂੰ ਜਾਲੀ ਬਹੁਤ ਮਿਲਦੇ ਆ। ਅੱਗੇ ਆਪਾਂ ਦੇਖਿਆ ਨਾ ਕਿ ਪਰਨੀਤ ਕੌਰ ਨੂੰ ਕੋਈ ਠੱਗ ਕੇ ਲੈ ਗਿਆ ਸੀ, ਸ਼ਮਸ਼ੇਰ ਤੁੱਲੋ ਨੂੰ ਠੱਗ ਕੇ ਲੈ ਗਿਆ ਸੀ।
ਇੱਥੋਂ ਤੱਕ ਕਿ ਬਲਕਾਰ ਸਿੱਧੂ ਉਹ ਵੀ ਕਾਂਗਰਸੀ ਆ, ਗਾਇਕ ਅੱਛਾ ਸੀਗਾ ਤੇ ਕਾਂਗਰਸੀ ਹੈ, ਵੈਸੇ ਹੁਣ ਵੀ ਅੱਛਾ ਆਦਮੀ ਹੈ। ਕਾਂਗਰਸ ਵਿੱਚ ਚਲੇ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਬੁਰਾ ਹੋ ਗਿਆ। ਤਾਂ ਉਹਦੇ ਤੋਂ ਵੀ ਇਸ ਤਰ੍ਹਾਂ ਹੈਕਰ ਲੈ ਗਏ ਸੀਗੇ ਪੈਸੇ। ਕਾਂਗਰਸੀ ਕਾਫੀ ਜ਼ਿਆਦਾ ਨਿਸ਼ਾਨੇ ਤੇ ਰਹੇ। ਫਿਰ ਤਾਂ ਇਹ ਮਾਮਲਾ ਕੀ ਹੈ ਕਿ ਇੱਕ ਯੰਗ ਲੀਡਰ ਹੈ ਇਹਨਾਂ ਦੀ, ਦਮਨ ਬਾਜਵਾ, ਬਹੁਤ ਤੇਜ਼ ਤਰਾਰ ਆ ਸੁਨਾਮ ਤੋਂ, ਹਾਰ ਗਈ ਸੀ ਐਤਕੀ, ਪਰ ਬਹੁਤ ਵਧੀਆ ਲੀਡਰ ਇਹਨਾਂ ਦੀ ਮੰਨੀ ਜਾਂਦੀ ਹੈ। ਜਿੰਨੀ ਨੌਜਵਾਨ ਪੀੜ੍ਹੀ ਇਹਨਾਂ ਦੀ ਜਿੰਨੀ ਹੈਗੀ ਹੈ ਤਾਂ ਉਹਦੇ ਚੋਂ ਬਹੁਤ ਤੇਜ਼ ਤਰਾਰ ਲੀਡਰ ਗਿਣੀ ਜਾਂਦੀ ਹੈ। ਤਾਂ ਇਹਨੂੰ ਕਾਲ ਆਈ ਆ ਦਮਨ ਨੂੰ ਕਿ ਭਾਈ ਮੈਂ ਪੀ ਕੇ ਬੋਲਦਾ ਵਾਂ ਤੇ ਅਸੀਂ ਸਰਵੇ ਕਰਾਇਆ, ਜੇ ਤੁਸੀਂ ਟਿਕਟ ਲੈਣੀ ਆ, ਕਿਉਂਕਿ ਪਿਛਲੀ ਵਾਰ ਹਾਰ ਗਈ ਸੀ ਬੀਬੀ ਮੇਰੇ ਖਿਆਲ ਦੇ ਨਾਲ, ਤਾਂ ਜੇ ਤੁਸੀਂ ਟਿਕਟ ਲੈਣੀ ਆ ਤਾਂ 7-8 ਲੱਖ ਰੁਪਏ ਦਾ ਬੰਦੋਬਸਤ ਕਰ ਲਓ। ਫਿਰ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੀ ਹੋਈ ਲੀਡਰ ਆ, ਉਹਨੂੰ ਪਤਾ ਲੱਗ ਗਿਆ ਕਿ ਏਦਾਂ ਕਿਵੇਂ ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਸਿੱਧਾ ਪੈਸੇ ਮੰਗ ਲਵੇ। ਤਾਂ ਫਿਰ ਉਹਨੇ ਪੁਲਿਸ ਕੰਪਲੇਂਟ ਫਾਈਲ ਕੀਤੀ ਆ, ਪਰ ਉਹ ਜਿਹੜੇ ਨੰਬਰ ਜਿੱਥੋਂ ਕਾਲ ਆ ਰਹੀ ਸੀ ਵਾਰ-ਵਾਰ, ਉਹ ਮੁੜ ਕੇ ਬੰਦ ਹੋ ਗਏ ਆ। ਤੇ ਪਤਾ ਨਹੀਂ ਹੁਣ, ਚਲੋ ਇਹ ਦਮਨ ਬਾਜਵਾ ਤੇ ਕੁੜੀ ਜਿਹੜੀ ਆ ਉਹ ਬਚ ਗਈ ਆਪਣੀ ਅਕਲ ਦੇ ਨਾਲ। ਹੁਣ ਪਤਾ ਨਹੀਂ ਕਿੰਨਿਆਂ ਕੁ ਉਹ ਜਾਲੀ ਪੀ ਕੇ ਕਾਲ ਕੀਤੀ ਹੋਊਗੀ ਤੇ ਕਿੰਨਿਆਂ ਨੇ ਖਾ ਪੀ ਕੇ ਕਹਿ ਦਿੱਤਾ ਹੋਊਗਾ ਕਿ ਟਿਕਟ ਕੱਟ ਦੇ ਯਾਰ, ਕੋਈ ਗੱਲ ਨਹੀਂ। ਕਿਉਂਕਿ ਦੇਖੋ ਸਰਵੇ ਦਾ ਇਹ ਕਿੱਡੇ ਛਾਤਰ ਹੁੰਦੇ ਆ। ਇੱਕ ਚੀਜ਼ ਤੁਸੀਂ ਦੇਖੋ, ਤੁਸੀਂ ਸੋਚ ਸਕਦੇ ਹੋ ਕਿ ਯਾਰ ਏਦਾਂ ਇਸ ਢੰਗ ਨਾਲ ਵੀ ਠੱਗੀ ਹੋ ਸਕਦੀ ਹੈ। ਹਾਈਪੋਥੈਟੀਕਲੀ ਆਪਾਂ ਗੱਲ ਕਰਦੇ ਹਾਂ, ਆਪਾਂ ਸੋਚ ਵੀ ਨਹੀਂ ਸਕਦੇ, ਪਰ ਉਹਨੂੰ ਪਤਾ ਹੈ ਕਿ ਇਸ ਮੌਕੇ ਤੇ ਇਹਨਾਂ ਦਾ ਸਰਵੇ ਚੱਲ ਰਿਹਾ, ਇਹਨਾਂ ਦੀਆਂ ਰਿਪੋਰਟਾਂ ਬਣ ਰਹੀਆਂ, ਇਹਨਾਂ ਦੀਆਂ ਟਿਕਟਾਂ ਘੱਟ ਹੋਣੀਆਂ ਕੁਛ ਬੰਦਿਆਂ ਦੀਆਂ, ਤੇ ਕੁਛ ਬੰਦਿਆਂ ਨੇ ਟਿਕਟ ਲੈਣ ਲਈ ਹੀਲਾ ਕਰਨਾ। ਤਾਂ ਦੇਖ ਲਓ ਉਹਨਾਂ ਨੇ ਉੱਥੇ ਹੀ ਆਪਣਾ ਕੰਮ ਜਿਹੜਾ ਘੁਮਾ ਦਿੱਤਾ ਹੈ। ਸੋ ਇਹ ਅੱਜ ਦੇ ਕਹਿ ਲਓ ਕਿ ਇਹ ਬਹੁਤ ਛਾਤਰ ਇਹ ਹੈਗੇ ਆ। ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨਿਆਂ ਕੁ ਨੂੰ ਠੱਗਦੇ ਆ। ਔਰ ਜਮਤਾਰਾ ਦੇ ਵਿੱਚ ਇੱਕ ਵਾਰੀ ਨਾ ਗੱਲ ਵੀ ਨਿਕਲੀ ਸੀਗੀ, ਕਹਿੰਦੇ ਆ ਕਿ ਇਹਨਾਂ ਦੇ ਜਿਹੜੇ ਜਮਤਾਰਾ ਵਾਲੇ ਬੰਦੇ ਆ ਉਹ ਖੁਦ ਮੰਨਦੇ ਆ ਕਿ ਪੰਜਾਬ ਸਾਡੇ ਲਈ ਬਹੁਤ ਸੌਫਟ ਟਾਰਗੇਟ ਹੈ। ਜਿਵੇਂ ਆਪਾਂ ਪਿੱਛੇ ਵੀ ਇੱਕ ਖਬਰ ਕੀਤੀ ਸੀਗੀ ਕਿ ਕਿਸਾਨਾਂ ਨੂੰ ਵੀ ਬਹੁਤ ਹੱਦ ਤੱਕ ਐਤਕੀ ਠੱਗਣ ਦਾ ਯਤਨ ਕੀਤਾ ਇਹਨਾਂ ਨੇ, ਕੁਛ ਠੱਗੇ ਵੀ ਗਏ ਹੋਣੇ ਆ ਕਿ ਜੀ ਤੁਹਾਡਾ OTP ਆਇਆ, ਮਾੜਾ ਜਿਹਾ ਦੱਸਿਓ, ਤੁਹਾਨੂੰ ਪੇਮੈਂਟ ਪਾਉਣੀ ਤੁਹਾਡੇ ਖਾਤੇ 'ਚ। ਕਿਸਾਨ ਵਿਚਾਰੇ ਨੂੰ ਕੀ ਪਤਾ, ਅਗਲਾ ਭਾਵੇਂ ਦੂਜੇ ਨੂੰ ਵੀ ਕਵੇ ਕਿ ਦੱਸੀ ਯਾਰ ਨੰਬਰ ਜਿਹਾ ਆਇਆ, ਮਾੜਾ ਜਿਹਾ ਬੋਲੀ ਬੈਂਕ ਮੈਨੇਜਰ ਸਾਹਿਬ ਗੱਲ ਕਰਦੇ, ਪਹਿਲਾਂ ਤੇ ਉਂਝ ਹੀ ਬੜਾ ਖੁਸ਼ ਹੋ ਜਾਂਦਾ ਨਾ ਪੇਂਡੂ ਬੰਦਾ, ਬੱਲੇ 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 ਜੀ ਮੈਨੇਜਰ ਸਾਹਿਬ ਦੀ ਕਾਲ ਆ ਗਈ ਹੈ। ਸੋ ਬਹੁਤ ਛਾਤਰ ਹੁੰਦੇ ਆ, ਬਚਣਾ ਚਾਹੀਦਾ ਔਰ ਇਹੋ ਜਿਹੀਆਂ ਗੱਲਾਂ ਨੂੰ ਮੇਰੇ ਖਿਆਲ ਦੇ ਨਾਲ ਪ੍ਰਮੋਟ ਕਰਨਾ ਚਾਹੀਦਾ, ਮੀਡੀਆ ਨੂੰ ਦੱਸਣਾ ਚਾਹੀਦਾ ਕਿ ਏਦਾਂ ਵੀ ਭਾਈ ਹੋ ਜਾਂਦਾ ਆ। ਇਹ ਅਵੇਅਰਨੈਸ ਜਿਹੜੀ ਅੱਗੇ ਫੜਾਉਣੀ ਚਾਹੀਦੀ ਆ। ਤੇ ਵੈਸੇ ਸਾਰਾ ਦਿਨ ਕਰੋਨਾ ਨਹੀਂ ਕਰਨੀ ਚਾਹੀਦੀ, ਪਰ ਇਹ ਕਰੋਨਾ ਕਰਕੇ ਏਦਾਂ ਡਰਾ ਦਿੰਦੇ ਆ ਲੋਕਾਂ ਨੂੰ। ਜੀ ਜੀ ਬਿਲਕੁਲ। ਬਾਅਦ ਪਤਾ ਲੱਗੇ ਵੀ ਇਹ ਪਾਰਟੀਆਂ ਨੇ ਚੰਦਾ ਇਕੱਠਾ ਕਰਨ ਦਾ ਵੱਖਰਾ ਤਰੀਕਾ ਬਣਾਇਆ, ਕੋਈ ਪਤਾ ਨਹੀਂ ਇਹਨਾਂ ਦਾ। ਤੇ ਅਗਲੀ ਜਿਹੜੀ ਮਿੰਟੂ ਜਾਂਦੇ ਜਾਂਦੇ ਗੱਲ ਕਰ ਲਈਏ, ਲੋਕਡਾਊਨ ਦੇ ਡਰ ਨੇ ਨਸ਼ੇੜੀ ਵੀ ਹੁਣ ਸੁੱਕਣੇ ਪਾਏ। ਹਾਂਜੀ ਦੇਖੋ, ਇਹਨਾਂ ਦਾ ਵੀ ਹੁੰਦਾ ਹੀ ਹੈ ਨਾ ਕਿ ਜਿੱਦਾਂ ਮੰਨ ਲਓ ਦਿੱਤਾ ਮੇਰੇ ਵਰਗੇ ਕਬੀਲਦਾਰ ਨੂੰ ਪੈਂਦੀ ਹੈ ਕਿ ਦਵਾ ਦਵ ਕੋਈ ਦਾਣਾ ਫੱਕਾ ਜਿਹੜਾ ਹੈਗਾ ਉਹ ਕਰੋ ਆ ਥੀਏਟਰ, ਤਾਂ ਕਿ ਜੀਆਂ ਦੇ ਚੁੰਝਾਂ 'ਚ ਪੈਂਦਾ ਰਹੇ ਕੁਛ ਨਾ ਕੁਛ। ਉਸੇ ਤਰ੍ਹਾਂ ਜਿਹੜਾ ਮਜ਼ਦੂਰ ਹੁੰਦਾ ਵਿਚਾਰਾ, ਉਹਨੂੰ ਵੀ ਹੁੰਦਾ ਕਿ ਜਿੱਧਰ ਕੋਈ ਦਿਹਾੜੀ ਲੱਗੀ ਆ ਉਹ ਪੈਸਾ ਧੇਲਾ ਲੈ ਕੇ ਤੇ ਗਾਹ ਕੋਈ ਜਿੱਦੇ ਤੋਂ ਕੋਈ 500-700 ਕੋਈ ਉਧਾਰਾ ਮਿਲਦਾ ਤੇ ਉਹ ਲੈ ਕੇ ਤੇ ਬਹਿ ਜਾਵਾਂ। ਇਸੇ ਤਰ੍ਹਾਂ ਵਿਚਾਰਾ ਜਿਹੜਾ ਹੁੰਦਾ ਹੈ ਨਾ ਪੀੜਤ ਨਸ਼ੇ ਤੋਂ, ਉਹਦਾ ਵੀ ਹੁੰਦਾ ਹੈ ਕਿ ਹੁਣ ਕਰਫਿਊ ਲੱਗ ਗਿਆ। ਸਦੀਲੇ ਨੇ ਗਾਣਾ ਹੋਰ ਐਵੇਂ ਥੋੜ੍ਹੀ ਨਾ ਗਾ ਦਿੱਤਾ ਸੀ, ਬਾਹਰ ਲੱਗਿਆ ਕਰਫਿਊ ਅੰਦਰ ਅਮਰੀ ਤੜਫ ਰਿਹਾ। ਬਹੁਤ ਮਾੜੀ ਸਥਿਤੀ ਹੁੰਦੀ ਹੈ। ਸੋ ਇਹਨਾਂ ਦਾ ਵੀ ਹੁੰਦਾ ਕਿ ਚਲੋ ਆਪਾਂ ਸਟਾਕ ਆਪਣਾ 2-4 ਦਿਨ ਦਾ 10 ਦਿਨ ਦਾ ਜੋੜ ਕੇ ਰੱਖ ਲਈਏ, ਕਿਉਂਕਿ ਪਿਛਲੀ ਵਾਰੀ ਤੁਹਾਨੂੰ ਪਤਾ ਹੋਣਾ ਜੇ ਨਿਕਲਦੇ ਸੀ ਪੀੜਤ ਤੇ ਡਾਂਗਾ ਮਾਰਦੇ ਸੀ ਇਹਨਾਂ ਦੇ ਗਿੱਟਿਆਂ ਤੇ ਬਹੁਤ ਬੁਰੀ ਹੋਈ ਇਹਨਾਂ ਦੇ ਨਾਲ। 5-10 ਦਿਨ ਲਿਟਦੇ ਸੀ ਲੋਕ। ਤਾਂ ਖੈਰ ਐਤਕੀ ਹੁਣ ਇਹਨਾਂ ਨੇ ਅਗਾਊਂ ਇਹ ਕਹਿ ਲਓ ਕਿ ਪ੍ਰਬੰਧ ਸ਼ੁਰੂ ਕਰ ਦਿੱਤਾ ਆਪਣਾ। ਤੇ ਬਠਿੰਡੇ ਦੇ ਵਿੱਚ ਤਾਂ ਕਿਲੋਮੀਟਰ ਤੋਂ ਵੱਧ ਕਹਿੰਦੇ ਕੱਲ ਲੰਬੀ ਲਾਈਨ ਲੱਗ ਗਈ ਹੈ। ਔਰ ਕਮਾਲ ਦੀ ਗੱਲ ਹੈ ਕਿ ਵਿਚਾਰਿਆਂ ਤੇ ਨਾ ਕੋਈ ਛਾਂ, ਨਾ ਕੋਈ ਪਾਣੀ ਦੇਣ ਵਾਲਾ, ਕੋਈ ਸਾਡੇ ਬਜ਼ੁਰਗ ਆ, ਕੋਈ ਸਾਡੇ ਬੱਚੇ। ਉਹਦੇ ਕੋਲ ਵਕਤ ਦੇ ਮਾਰੇ ਚਲੋ ਆਪਾਂ ਇਹ ਵੀ ਮੰਨ ਲੈਂਦੇ ਹਾਂ ਕਿ ਉਹਨਾਂ ਦੀਆਂ ਗਲਤੀਆਂ ਨੇ, ਉਹਨਾਂ ਦੇ ਸ਼ੌਂਕ ਉਹਨਾਂ ਨੂੰ ਪੱਟ ਗਏ ਨੇ, ਉਹਨਾਂ ਨੇ ਭੁਗਤਨੇ ਆ। ਬੇਸ਼ੱਕ ਅਸੀਂ ਜੋ ਮਰਜ਼ੀ ਕਰ ਲਈਏ, ਪਰ ਜਦੋਂ ਅਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਰਜਿਸਟਰਡ ਕਰ ਲਿਆ ਉਸ ਸੈਂਟਰਾਂ ਦੇ ਵਿੱਚ ਕਿ ਹਾਂ ਭਾਈ ਆਧਾਰ ਕਾਰਡ ਲਿਓ, ਤੁਹਾਨੂੰ ਮਾਲ ਪੱਤਾ ਉਹਨਾਂ ਕੋਲ ਦੇਵਾਂਗੇ, ਕੋਟਾ ਦੇਵਾਂਗੇ, ਤਾਂ ਤੁਸੀਂ ਦਫਾ ਕਰੋ। ਹੁਣ ਤੁਹਾਡੇ ਕੋਲ ਕੰਪਿਊਟਰ ਆ, ਇੰਟਰਨੈਟ ਆ, ਸਭ ਕੁਛ ਹੈ, ਔਰ ਤੇ ਅੰਬਾਨੀ ਡਾਟਾ ਵੀ ਖੂਬ ਦਿੰਦਾ ਆ, ਤਾਂ ਤੁਸੀਂ ਉਹਨਾਂ ਨੂੰ ਆਨਲਾਈਨ ਹੀ ਦੇ ਦਿਆ ਕਰੋ ਅਪੁਆਇੰਟਮੈਂਟ ਕਿ ਭਾਈ ਇੰਨੇ ਵਜੇ ਕਿੰਨੇ ਮਿੰਟ ਤੇ ਆ ਕੇ ਆਪਦਾ ਕੋਟਾ ਲੈ ਜੀ। ਵਿਚਾਰਿਆਂ ਨੂੰ ਫਾਇਰ ਟੰਗਿਆ। ਸੋ ਬਹੁਤ ਬੁਰੀ ਹਾਲਤ ਆ, ਜੇ ਕਹੀਏ ਤਾਂ ਸਾਰੇ ਵਰਗ ਹੀ ਦੁਖੀ ਆ। ਕਰੋਨਾ ਨੇ ਠੀਕ ਆ ਸਾਰੀ ਦੁਨੀਆ ਨੂੰ ਦੁਖੀ ਕਰ ਰੱਖਿਆ, ਪਰ ਪੰਜਾਬੀ ਕਈ ਪੱਖ ਤੋਂ ਦੁਖੀ ਹੈ।
ਜੀ ਵਾਕਈ ਵਾਕਈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।